ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਔਰ ਆਪਣੀ ਤਿਆਰੀ ਆ ਜੋ ਇੱਕ ਪ੍ਰੋਪਰ ਤਰੀਕੇ ਨਾਲ ਕਰ ਰਹੇ ਹੋਵੋਗੇ। ਠੀਕ ਆ। ਅਤੇ ਅੱਜ ਦਾ ਜੋ ਆਪਣਾ ਟੌਪਿਕ ਰਹਿਣ ਵਾਲਾ ਉਹ ਆਪਾਂ ਪੋਲਿਟੀ ਦੇ MCQs ਨੂੰ ਡਿਸਕਸ਼ਨ ਕਰਾਂਗੇ ਇੱਥੇ। ਠੀਕ ਆ। ਅਤੇ ਉਹਨਾਂ ਦੇ ਵਿੱਚੋਂ ਜਿਹੜੇ ਅੱਗੇ MCQs ਨੂੰ ਆਪਾਂ ਮਤਲਬ ਕਿ ਡਿਟੇਲ ਦੇ ਵਿੱਚ ਦੇਖਾਂਗੇ, ਤਾਂ ਜੋ ਉਹਦੇ ਨਾਲ ਦੇ ਜਾਂ ਉਹਦੇ ਵਿੱਚੋਂ ਜਿਹੜੇ ਹੋਰ ਬਣਾਏ ਜਾ ਸਕਦੇ ਆ, ਤਾਂ ਮਤਲਬ ਇੱਕ MCQ ਕੁਐਸਚਨ ਦੇ ਰੂਪ 'ਚੋਂ ਹੀ ਆਪਾਂ ਉਹ ਪੂਰੇ ਟੌਪਿਕ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਨੀ ਹੈ ਇੱਥੇ। ਠੀਕ ਆ। ਅਤੇ ਜਿਹੜਾ ਵੀ ਅੱਜ ਦਾ ਆਪਣਾ ਟੌਪਿਕ ਆ, ਅਤੇ ਇਹ ਸਭੀ ਐਗਜ਼ਾਮਸ ਦੇ ਲਈ ਹੋਊਗਾ। ਠੀਕ ਆ। ਇਹ ਨਹੀਂ ਹੈਗਾ ਵੀ ਮਤਲਬ ਆਪਾਂ ਤਾਂ ਕਰਕੇ ਕੋਈ ਇੱਥੇ ਐਗਜ਼ਾਮ ਸਪੈਸੀਫਾਈ ਟਾਰਗੇਟ ਨਹੀਂ ਕੀਤਾ ਹੈਗਾ ਵੀ ਆਪਾਂ ਇਹਦੇ ਲਈ ਕਰਾ ਰਹੇ ਹਾਂ ਜਾਂ ਉਹਦੇ ਲਈ ਕਰਾ ਰਹੇ ਹਾਂ। ਤਾਂ ਆਪਾਂ ਮਤਲਬ ਕਿ ਪੂਰੀ ਤਹਿ ਤੱਕ ਜਾਵਾਂਗੇ ਜਿਹੜਾ ਵੀ ਕੁਐਸਚਨ ਹੋਊਗਾ। ਤਾਂ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡੇ ਚੈਨਲ ਪ੍ਰੀਤ ਐਜੂਕੇਸ਼ਨ ਨੂੰ ਸਬਸਕ੍ਰਾਈਬ ਕਰ ਲੈਣ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਕਰਨ। ਠੀਕ ਹੈ। ਚਲੋ ਹੁਣ ਦਾ ਆਪਣਾ ਟੌਪਿਕ ਆ ਜੋ ਆਪਾਂ ਸਟਾਰਟ ਕਰਦੇ ਹਾਂ। ਦੇਖੋ, ਪਹਿਲਾ ਕੁਐਸਚਨ ਆ, ਸਟੇਟ ਐਂਬਲਮ ਵਾਜ਼ ਅਡੋਪਟਡ ਬਾਈ ਦਾ ਗਵਰਨਮੈਂਟ ਆਫ ਇੰਡੀਆ। ਦੇਖੋ, ਜਿਹੜੇ ਵੀ ਇਹ ਅਡੋਪਟ ਕੀਤੇ ਗਏ ਨੇ, ਠੀਕ ਆ, ਅਡੋਪਟ ਤਾਂ ਆਪਣੇ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹੀ ਹੋਣਗੇ। ਤਾਂ ਆਪਾਂ ਨੂੰ ਆਜ਼ਾਦੀ ਜਿਹੜੀ ਮਿਲੀ ਆ ਉਹ ਮਿਲੀ ਆ 1947 ਦੇ ਵਿੱਚ। ਠੀਕ ਆ। ਔਰ ਜਿਹੜਾ ਆਪਣਾ ਸੰਵਿਧਾਨ ਲਾਗੂ ਹੋਇਆ ਉਹ ਆਪਣਾ ਹੋਇਆ ਸੀ 1950 ਦੇ ਵਿੱਚ। ਤਾਂ ਮਤਲਬ ਜਾਂ ਤਾਂ ਇਹ ਤੋਂ ਕੁਛ ਕੁ ਟਾਈਮ ਪਹਿਲਾਂ ਲਾ ਲਓ, ਜਾਂ ਫਿਰ ਇਹ ਤੋਂ ਬਾਅਦ ਦੇ ਵਿੱਚ ਜਿਹੜੀ ਚੀਜ਼ ਵੀ ਆਪਾਂ ਅਡੋਪਟ ਕੀਤੀ ਆ ਤਾਂ ਉਹ ਇਹ ਤੋਂ ਬਾਅਦ ਦੇ ਵਿੱਚ ਹੋਏਗੀ। ਤਾਂ ਹੁਣ ਇਹ ਕੀ ਕਹਿੰਦੇ ਨੇ ਵੀ ਜਿਹੜਾ ਸਟੇਟ ਐਂਬਲਮ ਆ, ਤਾਂ 15 ਅਗਸਤ 1948, 2 ਅਕਤੂਬਰ 1947 ਔਰ 26 ਜਨਵਰੀ 1948। ਤਾਂ ਦੇਖੋ, ਇਹਦਾ ਕਰੈਕਟ ਆਨਸਰ ਆ ਜਿਹੜਾ 26 ਜਨਵਰੀ 1950 ਨੂੰ। ਤਾਂ ਜਿਹੜਾ ਸਟੇਟ ਐਂਬਲਮ ਆ ਉਹ ਇਹਨਾਂ ਨੇ ਆਪਣਾ ਕਿੱਥੋਂ ਲਿਆ ਸੀ? ਸਟੇਟ ਐਂਬਲਮ ਆਪਾਂ ਲਿਆ ਸੀਗਾ ਅਸ਼ੋਕਾ ਪਿੱਲਰ। ਅਸ਼ੋਕ ਦਾ ਜਿਹੜਾ ਪਿੱਲਰ ਸੀਗਾ, ਠੀਕ ਆ, ਅਤੇ ਇਹਦੇ ਤੋਂ ਆਪਾਂ ਲਿਆ, ਜਿਹੜਾ ਕਿੱਥੇ ਆ? ਸਾਰਨਾਥ ਸਤੰਭ ਸੀ ਇਹਦਾ, ਵਾਰਾਣਸੀ। ਠੀਕ ਆ। ਤਾਂ ਇਹਦੇ ਚੋਂ ਲਿਆ, ਕਿੰਨੀ ਡੇਟ ਨੂੰ ਲਿਆ? 26 ਜਨਵਰੀ 1950 ਨੂੰ। ਕਲੀਅਰ ਆ। ਤਾਂ ਇਹਦੇ ਬਾਰੇ ਤਾਂ ਆਪਣਾ ਇਹ ਸੀਗਾ। ਇਦੋਂ ਅਗਲਾ ਕੁਐਸਚਨ ਦੇਖੋ। ਤਾਂ ਇਹਦੇ ਬਾਰੇ ਜੇ ਆਪਾਂ ਹੋਰ ਗੱਲ ਕਰੀਏ ਤਾਂ ਦੇਖੋ, ਜੇ ਆਪਾਂ ਇਦੋਂ ਬਾਅਦ ਦੇਖੋ ਨੈਸ਼ਨਲ ਫਲੈਗ, ਤਾਂ ਹੁਣ ਆਪਾਂ ਦੇਖਦੇ ਹਾਂ ਨੈਸ਼ਨਲ ਫਲੈਗ ਦੇ ਬਾਰੇ। ਤਾਂ ਹੁਣ ਫਲੈਗ ਦੇ ਬਾਰੇ ਕਾਫੀ ਗੱਲਾਂ ਨੇ। ਤਾਂ ਇਹ ਮਤਲਬ ਕਿ ਆਪਣੇ ਸੈਸ਼ਨ ਹੋਏ ਸੀਗੇ ਅਸੈਂਬਲੀ ਦੇ, ਕੌਂਸਟੀਟਿਊਐਂਟ ਅਸੈਂਬਲੀ ਸੀਗੀ, ਉਹਦੇ ਕਿੰਨੇ ਸੈਸ਼ਨ ਹੋਏ ਸੀਗੇ? ਤਾਂ 4th। ਠੀਕ ਆ। ਕਿਹੜਾ ਸੈਸ਼ਨ ਸੀ? 4th ਸੈਸ਼ਨ ਸੀਗਾ। ਤਾਂ ਉਦੋਂ ਅਡੋਪਟ ਕੀਤਾ ਸੀ ਕਿੰਨੀ ਨੂੰ? 22 ਜੁਲਾਈ ਔਰ 1947। ਤਾਂ ਇਹ ਅਡੋਪਟ ਕੀਤਾ। ਅਤੇ ਮਤਲਬ ਇਹਦੇ ਲਈ ਜੇ ਆਪਾਂ ਨੈਸ਼ਨਲ ਫਲੈਗ ਦੀ ਗੱਲ ਕਰੀਏ ਤਾਂ ਇਹਦੇ ਲਈ ਆਪਣੀਆਂ 2 ਕਮੇਟੀਆਂ ਬਣੀਆਂ ਨੇ। ਠੀਕ ਆ। ਕਿੰਨੀਆਂ ਕਮੇਟੀਆਂ ਬਣੀਆਂ? ਨੈਸ਼ਨਲ ਫਲੈਗ ਲਈ 2 ਕਮੇਟੀਆਂ ਬਣੀਆਂ ਨੇ। ਅਤੇ ਇੱਕ ਆਪਣੀ ਬਣੀ ਸੀ 2 ਅਪ੍ਰੈਲ 1931 ਨੂੰ, ਜਦ ਕਿ ਆਪਣਾ ਦੇਸ਼ ਆਜ਼ਾਦ ਨਹੀਂ ਹੋਇਆ ਸੀ। ਅਤੇ ਦੂਸਰੀ ਆਪਣੀ ਬਣਦੀ ਆ ਐਡਹੌਕ ਕਮੇਟੀ। ਠੀਕ ਆ। ਐਡਹੌਕ ਕਮੇਟੀ ਬਣਦੀ ਆ, ਇਹ ਬਣਦੀ ਆ ਆਪਣੀ 23 ਜੂਨ 1947 ਨੂੰ। ਕਲੀਅਰ ਆ। ਤਾਂ ਹੁਣ ਦੇਖੋ, ਜਿਹੜੀ 2 ਅਪ੍ਰੈਲ 1931 ਨੂੰ ਬਣੀ ਸੀ, ਇਹ ਕਿੱਥੇ ਬਣੀ ਸੀ? ਕਰਾਚੀ ਸੈਸ਼ਨ। ਉਦੋਂ ਮਤਲਬ ਕਿ ਕਾਂਗਰਸ ਦੇ ਸੈਸ਼ਨ ਚੱਲਦੇ ਸੀ। ਉਦੋਂ ਹੀ ਆਪਣੇ ਗੋਲ ਮੇਜ਼ ਕਾਨਫਰੰਸਾਂ ਵੀ ਇਸ ਟਾਈਮ 'ਤੇ ਹੀ ਹੁੰਦੀਆਂ ਸੀਗੀਆਂ ਉਦੋਂ। ਠੀਕ ਆ। ਤਾਂ ਕਰਾਚੀ ਸੈਸ਼ਨ ਹੋਇਆ ਸੀਗਾ ਕਿਹਦਾ? ਇੰਡੀਅਨ ਨੈਸ਼ਨਲ ਕਾਂਗਰਸ ਦਾ। ਅਤੇ ਇਹਦਾ ਜਿਹੜਾ ਪ੍ਰਧਾਨਗੀ ਕੀਤੀ ਸੀ ਉਹ ਕਿਹਨਾਂ ਨੇ ਕੀਤੀ ਸੀ? ਸਰਦਾਰ ਵੱਲਭ ਭਾਈ ਪਟੇਲ ਨੇ। ਕਲੀਅਰ ਆ। ਸਰਦਾਰ ਵੱਲਭ ਭਾਈ ਪਟੇਲ ਨੇ। ਅਤੇ ਜਿਹੜੀ ਆਪਣੀ ਐਡਹੌਕ ਕਮੇਟੀ ਬਣੀ ਸੀ 1947 ਵਾਲੀ, ਜਿਹੜੀ ਇਹਦੀ ਚੇਅਰਮੈਨਸ਼ਿਪ ਕੀਤੀ ਸੀ ਉਹ ਕਿਹਨਾਂ ਨੇ ਕੀਤੀ ਸੀ? ਡਾਕਟਰ ਰਾਜਿੰਦਰ ਪ੍ਰਸਾਦ। ਕਲੀਅਰ ਆ। ਤਾਂ ਮਤਲਬ ਨੈਸ਼ਨਲ ਫਲੈਗ ਦੇ ਲਈ ਆਪਣੇ ਕੋਲ 2 ਕਮੇਟੀਆਂ, ਇੱਕ 1931 ਦੇ ਵਿੱਚ ਬਣੀ ਸੀ, ਇੱਕ ਆਪਣੇ 1947 ਦੇ ਵਿੱਚ ਬਣੀ ਸੀ। ਅਤੇ ਜਿਹੜੀ ਆਪਣੀ 47 ਵਾਲੀ ਸੀ ਉਦੋਂ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੇ ਪ੍ਰਧਾਨਗੀ ਕੀਤੀ ਆ। ਅਤੇ ਜਿਹੜਾ ਇਹ ਤੋਂ ਪਹਿਲਾਂ 1931 'ਚ ਹੋਈ ਸੀ ਉਹ ਸੈਸ਼ਨ ਕਿੱਥੇ ਚੱਲਦਾ ਸੀ ਕਾਂਗਰਸ ਦਾ? ਕਰਾਚੀ ਸੈਸ਼ਨ। ਔਰ ਉਹਦੀ ਜਿਹੜੀ ਪ੍ਰਧਾਨਗੀ ਕੀਤੀ ਸੀ ਉਹ ਸਰਦਾਰ ਵੱਲਭ ਭਾਈ ਪਟੇਲ ਨੇ ਕਰੀ ਸੀ। ਠੀਕ ਆ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਆਪਣਾ ਝੰਡਾ, ਜਿਹੜਾ ਆਪਾਂ ਹੁਣ ਦੇਖਦੇ ਹਾਂ ਕਰੰਟਲੀ ਆਪਣਾ ਫਲੈਗ, ਉਹ ਐਸਲੋਟ ਆ। ਠੀਕ ਆ। ਤਾਂ ਇਹਦੇ 'ਚ ਇੱਥੇ ਆਪਣਾ ਇੱਕ ਚੱਕਰ ਆ, ਅਤੇ ਇਹ ਜਿਹੜਾ ਇੱਥੇ ਆਪਣਾ ਚੱਕਰ ਆ, ਇਹਦੇ 'ਚ 24 ਜਿਹੜੀਆਂ ਨੇ ਤੀਲੀਆਂ ਕਹਿ ਲਓ ਤੁਸੀਂ, ਜੇ ਸਪੋਕਸ ਕਹਿ ਲਓ, 24 ਨੇ। ਠੀਕ ਆ। ਅਤੇ ਔਰ ਇਹਦਾ ਜਿਹੜਾ ਕਲਰ ਆ, ਆਪਾਂ ਅਕਸਰ ਬਲੈਕ ਬਣਾਉਂਦੇ ਹਾਂ, ਤਾਂ ਨੇਵੀ ਬਲੂ ਕਲਰ ਆ ਇਹਦਾ। ਠੀਕ ਆ। ਅਤੇ ਜਿਹੜਾ ਇਹਦਾ ਕਲਰ ਆ ਇਹ ਨੇਵੀ ਬਲੂ ਕਲਰ ਆ। ਓਕੇ। ਤਾਂ ਹੁਣ ਦੇਖੋ, ਜੇ ਆਪਾਂ ਗੱਲ ਕਰੀਏ ਵੀ ਜਿਹੜਾ ਝੰਡਾ ਪਹਿਲੀ ਵਾਰ ਫਹਿਰਾਇਆ ਗਿਆ ਸੀ, ਠੀਕ ਆ, ਤਾਂ ਤੁਸੀਂ ਨੋਟ ਕਰੀ ਜਾਣਾ ਨਾਲ ਦੀ ਨਾਲ। ਠੀਕ ਆ। ਅਤੇ ਜਿਹੜਾ ਪਹਿਲੀ ਵਾਰੀ ਝੰਡਾ ਫਹਿਰਾਇਆ ਗਿਆ ਉਹ ਕਦੋਂ ਗਿਆ ਸੀ? ਅਗਸਤ 7, 1906। 7 ਅਗਸਤ 1906 ਨੂੰ ਆਪਣਾ ਫਹਿਰਾਇਆ ਗਿਆ ਸੀ ਝੰਡਾ। ਠੀਕ ਆ। ਅਤੇ ਜਿਹੜਾ ਉਦੋਂ ਝੰਡੇ ਦਾ ਆਪਣੇ ਦਾ ਸਾਈਨ ਸੀਗਾ ਉਹ ਮਤਲਬ ਕਿ ਲੋਗੋ ਐਸ ਲੋਡ ਦਾ ਸੀਗਾ। ਠੀਕ ਆ। ਇੱਥੇ ਲਿਖਿਆ ਵਾ ਸੀ ਹਿੰਦੀ ਦੇ ਵਿੱਚ ਬੰਦੇ ਮਾਤਰਮ। ਠੀਕ ਆ। ਤਾਂ ਉੱਪਰ ਇੱਥੇ ਮਤਲਬ ਕੁਛ ਫੁੱਲ ਟਾਈਪ ਦਾ ਐਵੇਂ ਬਣਿਆ ਹੋਇਆ ਸੀ ਇਹਦੇ 'ਚ। ਔਰ ਇੱਥੇ ਬਣਿਆ ਹੋਇਆ ਸੀ ਇੱਕ
ਚੰਦ, ਇੱਥੇ ਚੰਦ ਸੀਗਾ, ਇੱਥੇ ਇੱਕ ਸੂਰਜ ਭਾਂਤੀ ਐਵੇਂ ਦਾ ਕੁਛ ਬਣਿਆ ਹੋਇਆ ਸੀ, ਔਰ ਇੱਥੇ ਬੰਦੇ ਮਾਤਰਮ ਲਿਖਿਆ ਹੋਇਆ ਸੀ। ਕਲੀਅਰ ਆ। ਫਿਰ ਇਹ ਤੋਂ ਬਾਅਦ ਦੇ ਵਿੱਚ ਜਿਹੜਾ ਅਗਲਾ ਫਹਿਰਾਇਆ ਗਿਆ ਉਹ 1907 ਦੇ ਵਿੱਚ, ਅਤੇ ਉਹ ਕਿੱਥੇ ਫਹਿਰਾਇਆ ਗਿਆ ਸੀ? ਪੈਰਿਸ। ਤਾਂ ਮਤਲਬ ਇਹ ਤਾਂ ਵੈਸੇ ਤੁਹਾਨੂੰ ਪੁੱਛੇ ਨਹੀਂ ਜਾਂਦੇ, ਪਰ ਤੁਹਾਨੂੰ ਫਿਰ ਵੀ ਦੱਸ ਰਹੇ ਹਾਂ। ਤਾਂ ਇਹਦਾ ਵੀ ਜਿਹੜਾ ਆਪਣੇ ਕੋਲ ਸਟਾਈਲ ਸੀ ਉਹ ਕੁਛ ਐਵੇਂ ਦਾ ਹੀ ਰਿਹਾ ਗਾ। ਤਾਂ ਇਹਦੇ 'ਚ ਇੱਥੇ ਮਤਲਬ ਐਵੇਂ ਫੁੱਲ ਜਿਹਾ ਡਿਜ਼ਾਈਨ ਜਿਹਾ ਬਣਾਇਆ ਸੀਗਾ ਉੱਪਰ ਇਹਨਾਂ ਨੇ, ਔਰ ਇੱਥੇ ਇੱਧਰਲੇ ਪਾਸੇ ਸੂਰਜ ਟਾਈਪ ਸੀ, ਔਰ ਇੱਥੇ ਪਹਿਲਾਂ ਇੱਕ ਐਵੇਂ ਚੰਦ, ਔਰ ਇਹਦੇ ਉੱਪਰ ਐਵੇਂ ਤਾਰਾ ਬਣਿਆ ਹੋਇਆ ਸੀ। ਠੀਕ ਆ। ਅਤੇ ਇਹ ਸੀਗਾ, ਇਹਦੇ ਵਿੱਚ ਵੀ ਵਿਚਾਲੇ ਹਿੰਦੀ ਦੇ ਵਿੱਚ ਕੀ ਲਿਖਿਆ ਸੀ ਇਹਨਾਂ ਨੇ? ਬੰਦੇ ਮਾਤਰਮ। ਔਰ ਜਿਹੜਾ ਉੱਪਰ ਕਲਰ ਸੀਗਾ ਲਾਲ, ਔਰ ਜਿਹੜਾ ਨੀਚੇ ਕਲਰ ਸੀਗਾ ਉਹ ਸੀਗਾ ਕਾਲਾ, ਨੀਚੇ ਬਲੈਕ। ਕਲੀਅਰ ਆ। ਫਿਰ ਇਹ ਤੋਂ ਬਾਅਦ ਤੀਸਰਾ ਦੇਖੋ, ਤਾਂ 1917, ਇੱਕ ਵਾਰੀ ਫਿਰ ਤੀਸਰਾ 1917 ਦੇ ਵਿੱਚ ਉਦੋਂ ਕਿਹੜੀ ਮੂਵਮੈਂਟ ਚੱਲਦੀ ਸੀ? ਹੋਮ ਰੂਲ ਮੂਵਮੈਂਟ। ਐਨੀ ਬਸੈਂਟ ਦਾ ਨਾਮ ਆਉਂਦਾ, ਲੋਕ ਮਾਨਯ ਤਿਲਕ ਦਾ ਨਾਮ ਆਉਂਦਾ ਇਹਨਾਂ 'ਚ। ਠੀਕ ਆ। ਤਾਂ ਤਿਲਕ ਤੇ ਇਹ ਕਿਹਨਾਂ ਦੀ ਮੂਵਮੈਂਟ ਸੀ ਵੈਸੇ? ਤਿਲਕ ਪਲੱਸ ਐਨੀ ਬਸੈਂਟ, ਇਹਨਾਂ ਦਾ ਨਾਮ ਮਤਲਬ ਮੋਟੇ ਤੌਰ 'ਤੇ ਇਹਨਾਂ ਦੇ ਨਾਲ ਜੁੜਦਾ। ਅਤੇ ਠੀਕ ਆ। ਤਾਂ ਇਹਨਾਂ ਨੇ ਜਿਹੜਾ ਕੀਤਾ ਸੀ ਇਹ ਮਤਲਬ ਕਿ ਕਹਿੰਦੇ ਸੀ ਵੀ ਆਪਾਂ ਉਹਨਾਂ ਦੇ ਅਧੀਨ ਹੀ, ਮਤਲਬ ਜਿਹੜੀ ਸਾਨੂੰ ਆਜ਼ਾਦੀ ਵਗੈਰਾ ਚਾਹੀਦੀ ਹੈ ਤਾਂ ਉਹਨਾਂ ਦੇ ਅਧੀਨ ਜੇ ਰਹਿ ਕੇ ਮੰਗਦੇ ਸੀ। ਤਾਂ ਇਹਦੇ 'ਚ ਮਤਲਬ ਕਿ ਕੀ ਸੀਗਾ, ਇੱਥੇ ਤਾਂ ਉੱਪਰ ਲੱਗਿਆ ਹੋਇਆ ਸੀ ਐਵੇਂ ਬਟੇਨ ਦਾ ਝੰਡਾ ਇੱਥੇ ਕਰਕੇ। ਠੀਕ ਆ। ਤਾਂ ਇਹ ਤੋਂ ਬਾਅਦ 5 ਤਾਰੇ ਐਸ ਲੋਟ ਨੂੰ ਜਾਂਦੇ ਸੀ ਨੀਚੇ ਨੂੰ। ਠੀਕ ਆ। ਔਰ 2 ਤਾਰੇ ਇੱਥੇ ਲਹਿਦਾ ਸੀਗੇ, ਔਰ ਇੱਥੇ ਇੱਕ ਚੰਦ ਸੀਗਾ, ਔਰ ਇਹਦੇ ਉੱਪਰ ਐਵੇਂ ਇੱਕ ਤਾਰਾ ਬਣਿਆ ਹੋਇਆ ਸੀ, ਇੱਧਰੋਂ ਐਵੇਂ ਡਿਜ਼ਾਈਨ ਜਿਹਾ ਸੀ, ਬਾਕੀਆਂ ਲਾਈਨਾਂ ਸੀਗੀਆਂ ਇਹਦੇ 'ਚ। ਠੀਕ ਆ। ਤਾਂ ਮਤਲਬ ਇਹ ਝੰਡਾ ਇਹਨਾਂ ਨੇ ਫਹਿਰਾਇਆ ਸੀ, ਇਹ ਉਹਨਾਂ ਦੇ ਮਤਲਬ ਅਧੀਨ ਰਹਿ ਕੇ ਕਰਨਾ ਚਾਹੁੰਦੇ ਸੀ। ਅਤੇ ਫਿਰ ਇਹ ਤੋਂ ਬਾਅਦ 'ਚ ਜਿਹੜਾ ਅਗਲਾ ਆਇਆ ਉਹ 1921 ਦੇ ਵਿੱਚ। ਠੀਕ ਆ। ਤਾਂ ਇਹ ਕਿਹੜੇ ਸੈਸ਼ਨ ਦੇ ਵਿੱਚ ਹੋਇਆ ਸੀ? ਬਿਜਬਾੜਾ ਸੈਸ਼ਨ ਦੇ ਵਿੱਚ। ਠੀਕ ਆ। ਤਾਂ ਇਹ ਕਿਹੜੇ ਸੈਸ਼ਨ ਦੇ ਵਿੱਚ ਫਹਿਰਾਇਆ ਗਿਆ? ਬਿਜਬਾੜਾ ਸੈਸ਼ਨ। ਅਤੇ ਇਹਦੋਂ ਮਤਲਬ ਕਿ ਇਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਨੇ ਕੀਤਾ ਸੀਗਾ। ਅਤੇ ਜਿਹੜਾ ਇੱਥੋਂ ਕੀਤਾ ਸੀ ਨਾ, ਹੁਣ ਜਿਹੜਾ ਆਪਣੇ ਵਾਲੇ ਨਾਲ ਹੁਣ ਮਿਲਦਾ ਜੁਲਦਾ ਉਹ ਆਹ ਵਾਲਾ 1921 ਵਾਲਾ। ਤਾਂ ਉਦੋਂ ਇਹਨਾਂ ਨੇ ਕਿੰਨਾ ਕਰਿਆ ਸੀ? 2 ਰੰਗਾਂ ਦਾ। ਮਤਲਬ ਕਿੰਨੇ ਰੰਗਾਂ ਦਾ ਝੰਡਾ ਸੀਗਾ? 2 ਰੰਗਾਂ ਦਾ। ਅਤੇ ਇਹਦੇ 'ਚ ਕੀ ਸਿਸਟਮ ਸੀ? ਐਵੇਂ ਸੀਗਾ ਜਿਵੇਂ। ਠੀਕ ਆ। ਆਹ ਨੀਚੇ ਦਾ ਇਹਦੇ ਕਲਰ ਸੀਗਾ ਰੈੱਡ, ਔਰ ਉੱਪਰ ਕਲਰ ਸੀਗਾ ਇਹਦੇ ਗਰੀਨ। ਮਤਲਬ ਆਹ ਉੱਪਰਲਾ ਕਲਰ ਇਹਨਾਂ ਦਾ ਹਰਾ ਗਾ, ਔਰ ਨੀਚੇ ਵਾਲਾ ਰੈੱਡ ਆ। ਤਾਂ ਇਹਦੇ 'ਚ ਇੱਥੇ ਐਵੇਂ ਕਰਕੇ ਇੱਕ ਇਹਦੇ 'ਚ ਨਾ ਮਤਲਬ ਕਿ ਝੰਡਾ ਦੇ ਵਰਗਾ ਸੀਗਾ ਮੈਂ ਚਰਖੇ ਦੀ ਸ਼ੇਪ 'ਚ। ਤਾਂ ਮਤਲਬ ਇਹ ਵਾਲਾ ਝੰਡਾ ਸੀਗਾ। ਤਾਂ ਰੈੱਡ ਇਹ ਦਿਖਾਉਂਦੇ ਸੀਗੇ, ਮਤਲਬ ਕਿ ਰੈੱਡ ਅਤੇ ਗਰੀਨ, ਅਤੇ ਰੈੱਡ ਹਿੰਦੂ ਔਰ ਮੁਸਲਿਮ ਦਾ, ਮਤਲਬ ਕਿ 2 ਹੀ ਕਮਿਊਨਿਟੀਆਂ ਮੁੱਖ ਨੇ, ਹਿੰਦੂ ਅਤੇ ਮੁਸਲਿਮ। ਤਾਂ ਮਤਲਬ ਕਿ ਆਪਣੇ ਮਹਾਤਮਾ ਗਾਂਧੀ ਜੀ ਕਹਿੰਦੇ ਵੀ ਵਿਚਾਲੇ ਇਹਨਾਂ ਦੇ ਵਿਚਾਲੇ ਇੱਕ ਤੀਸਰਾ ਰੰਗ ਹੋਰ ਹੋਣਾ ਚਾਹੀਦਾ ਜਿਹੜਾ ਚਿੱਟਾ ਹੋਵੇ। ਠੀਕ ਆ। ਔਰ ਚਿੱਟੇ ਦੇ ਨਾਲ ਉਹਦੇ ਵਿਚਾਲੇ ਆਪਣਾ ਇੱਕ ਐਵੇਂ ਸਰਕਲ ਹੋਣਾ ਚਾਹੀਦਾ ਜਿਹੜਾ ਫਿਰ ਕਿ ਡਿਵੈਲਪਮੈਂਟ ਨੂੰ, ਲਗਾਤਾਰ ਗਰੋਥ ਨੂੰ ਜਿਹੜਾ ਉਹ 24 ਘੰਟੇ ਦੇ ਦਰਸਾਈ ਜਾਵੇ। ਤਾਂ ਫਿਰ ਵਿਚਾਲੇ ਵਿਕਾਸ ਚਿੰਨ੍ਹ। ਤਾਂ ਫਿਰ 1931 ਦੇ ਵਿੱਚ 1931 ਦੇ ਵਿੱਚ, ਅਤੇ ਜਿਹੜਾ ਗਾਂਧੀ ਜੀ ਕਹਿੰਦੇ ਸੀਗੇ 3 ਰੰਗਾਂ ਦਾ। ਠੀਕ ਆ। ਅਤੇ ਇਹਨੂੰ ਨੈਸ਼ਨਲ ਫਲੈਗ ਇਹਨਾਂ ਨੇ ਮੰਨ ਕੇ ਮਤਲਬ ਕਿ ਉਹ ਕਰ ਲਿਆ। ਠੀਕ ਆ। ਫਿਰ ਕਿਹੜੇ ਕਲਰ ਬਣ ਗਏ ਇਹਦੇ 'ਚ? ਸੈਫਰੋਨ, ਵਿਚਾਲੇ ਵਾਈਟ, ਔਰ ਦੈਨ ਅੱਗੇ ਗਰੀਨ ਕਲਰ। ਕਲੀਅਰ ਆ। ਅਤੇ ਫਿਰ ਇਹ ਤੋਂ ਬਾਅਦ ਬੀਲ ਵੀ ਇਹਦੇ 'ਚ ਐਡ ਕਰ ਲਿਆ। ਬਾਕੀ ਜੇ ਹੁਣ ਆਪਾਂ ਇਹਦੇ ਬਾਰੇ ਕੁਛ ਫੈਕਟ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਡਿਜ਼ਾਈਨ ਸੀਗਾ ਆਪਣੇ ਕੋਲ, ਡਿਜ਼ਾਈਨ ਕਿਹਨੇ ਦਿੱਤਾ ਸੀਗਾ? ਇਹ ਪਿੰਗਲੀ ਵੈਂਕਈਆ ਨੇ। ਠੀਕ ਆ। ਤਾਂ ਇਹਨਾਂ ਨੇ ਇਹਨਾਂ ਦਾ ਡਿਜ਼ਾਈਨ ਦਿੱਤਾ ਸੀ। ਅਤੇ ਮਤਲਬ ਕਿ ਇਹ ਕਾਹਦਾ ਬਣਨਾ ਚਾਹੀਦਾ? ਜਿਹੜਾ ਆਪਣਾ ਝੰਡਾ ਗਾ ਉਹ ਕਾਹਦਾ ਬਣਨਾ ਚਾਹੀਦਾ? ਖਾਦੀ ਦਾ ਬਣਨਾ ਚਾਹੀਦਾ। ਠੀਕ ਆ। ਅਤੇ ਭਾਰਤ ਦੇ ਵਿੱਚ ਝੰਡਾ ਬਣਾਉਣ ਦੀ ਜਿਹੜੀ ਸੰਸਥਾ ਗੀ ਉਹ ਕੀ ਆ? ਉਹ ਆਪਣੇ ਕਿੱਥੇ ਆ? ਕਰਨਾਟਕਾ ਖਾਦੀ ਗ੍ਰਾਮ ਉਦਯੋਗ ਸੰਯੁਕਤ ਸੰਘਾ। ਤਾਂ ਮਤਲਬ ਆਪਣੇ ਇੱਕ ਹੀ ਇੱਥੇ ਰਾਈਟ ਹੈ ਇਹਨਾਂ ਨੂੰ, ਮਤਲਬ ਕਿ ਇਹੀ ਆਪਣੇ ਜਿਹੜੇ ਝੰਡੇ ਨੇ ਉਹ ਤਿਆਰ ਕਰਦੇ ਆ। ਠੀਕ ਆ। ਅਤੇ ਜਿਹੜਾ ਅਸ਼ੋਕ ਚੱਕਰ ਦਾ ਸਾਈਜ਼ ਆ ਉਹਦਾ ਤਾਂ ਇਹਨਾਂ ਨੇ ਕੋਈ ਆਪਾਂ ਨੂੰ ਦਿੱਤਾ ਹੀ ਨਹੀਂ ਹੋਇਆ। ਬਾਕੀ ਜਿਹੜੀ ਇਹਦੀ ਲੈਂਥ ਬ੍ਰੈਂਥ ਦਾ ਸਾਈਜ਼ ਆ ਉਹ ਇਹਨਾਂ ਨੇ ਦੱਸਿਆ ਹੋਇਆ ਵੀ ਆਹ 3 ਰਹੂਗੀ, ਆ ਮਤਲਬ 3:2 ਦੇ ਰੇਸ਼ੋ 'ਚ ਰਹਿਣੀ ਚਾਹੀਦੀ ਹੈ ਇਹਦੀ ਲੰਬਾਈ L/B। ਠੀਕ ਆ। ਅਤੇ ਮਤਲਬ ਆ ਇੰਨੀ ਰਹਿਣੀ ਚਾਹੀਦੀ ਆ। ਕਲੀਅਰ ਆ। ਅਤੇ ਬਾਕੀ ਆਪਣੇ ਝੰਡੇ ਦੇ ਬਾਰੇ ਹੋਰ ਪੁਆਇੰਟ ਦੇਖੋ ਤੁਸੀਂ 1953 ਦੇ ਵਿੱਚ। ਠੀਕ ਆ। ਤਾਂ ਮਤਲਬ ਕਿ ਇੱਥੇ ਕੌਣ ਸੀਗੇ? ਇੱਕ ਐਡਮੰਡ ਹਿਲੇਰੀ, ਔਰ ਇੱਕ ਸੀਗੇ ਸ਼ੇਰਪਾ ਟਮੈਂਗ। ਤਾਂ ਇਹਨਾਂ ਨੇ ਕੀ ਕੀਤਾ? ਮਾਊਂਟ ਐਵਰੈਸਟ ਦੇ। ਠੀਕ ਆ। ਮਾਊਂਟ ਐਵਰੈਸਟ ਫਤਿਹ ਕੀਤੀ ਇਹਨਾਂ ਨੇ, ਮਾਊਂਟ ਐਵਰੈਸਟ ਫਤਿਹ ਕੀਤੀ। ਤਾਂ ਉੱਥੇ ਇਹਨਾਂ ਨੇ ਇੱਕ ਤਾਂ UK ਮਤਲਬ ਕਿ ਯੂਨਾਈਟਿਡ ਕਿੰਗਡਮ, ਆਇਰਲੈਂਡ ਦਾ ਭਾਗ ਲਾ ਕੇ ਵਿੱਚ, ਤਾਂ ਯੂਨਾਈਟਿਡ ਕਿੰਗਡਮ ਦਾ ਪਲੱਸ ਨੇਪਾਲ ਦਾ ਪਲੱਸ ਇੰਡੀਆ ਦਾ, ਮਤਲਬ ਇਹ ਝੰਡੇ ਫਹਿਰਾਏ। ਤਾਂ ਆਪਣਾ ਝੰਡਾ ਇਹਨਾਂ ਨੇ ਉਦੋਂ ਵੀ ਫਹਿਰਾਇਆ ਸੀ ਇਹਦੇ 'ਚ। ਠੀਕ ਆ।
ਔਰ ਜੇ ਆਪਾਂ ਗੱਲ ਕਰੀਏ ਵੀ ਸਾਰਿਆਂ ਨੂੰ ਆਪਣਾ ਜਿਹੜਾ ਲਾਰਜੈਸਟ ਸਾਈਜ਼ ਦਾ ਜਿਹੜਾ ਇੰਡੀਆ ਦਾ ਝੰਡਾ ਗਾ, ਆਪਾਂ ਇਹਨੂੰ ਤਿਰੰਗਾ ਕਹਿੰਦੇ ਆ ਜਿਹਨੂੰ, ਤੇ ਆਪਣਾ ਨੈਸ਼ਨਲ ਫਲੈਗ ਆ ਜਿਹੜਾ, ਉਹ ਸਾਰਿਆਂ ਨਾਲੋਂ ਵੱਡਾ ਕਿੱਥੇ ਆ, ਉਹ ਹੈਗਾ ਗਾ ਆਪਣਾ ਇੰਡੋ ਪਾਕ ਬਾਰਡਰ, ਮਤਲਬ ਪਾਕਿਸਤਾਨ ਵਾਲੇ ਬਾਰਡਰ 'ਤੇ, ਉਹ ਵੀ ਕਿੱਥੇ, ਅਟਾਰੀ। ਠੀਕ ਆ। ਤੇ ਜੇ ਉਹਦੀ ਲੈਂਥ ਬ੍ਰੈਥ ਦੀ ਗੱਲ ਕਰੀਏ ਤਾਂ 110 ਮੀਟਰ ਇੱਕ ਸਾਈਡ ਨੂੰ ਆ ਉਹ, ਤਾਂ ਦੂਸਰੇ ਪਾਸੇ ਨੂੰ ਹੈਗਾ ਉਹ ਆਪਣੇ ਕੋਲੇ 24 ਮੀਟਰ। ਠੀਕ ਆ। ਔਰ ਇਹਦਾ weight ਹੈਗਾ 55 ਟਨ। ਕਲੀਅਰ। ਤਾਂ ਮਤਲਬ ਇਹ ਸੀ ਆਪਣੇ ਨੈਸ਼ਨਲ ਫਲੈਗ ਦੇ ਬਾਰੇ ਜਿੰਨੇ ਪੁਆਇੰਟ ਬਣ ਸਕਦੇ ਸੀ ਉਹ ਤੁਹਾਨੂੰ ਆਪਾਂ ਇੱਥੇ ਕੁਐਸਚਨ ਦੇ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦੇ ਹਾਂ ਵੀ ਤੁਹਾਨੂੰ ਉਹ ਸਮਝ ਆ ਗਿਆ ਹੋਵੇਗਾ। ਤਾਂ ਅੱਗੇ ਦੇਖੋ, ਕਨਸਟੀਟਿਊਸ਼ਨ ਵਾਜ਼ ਅਡੋਪਟਡ ਬਾਈ ਦਾ ਕੌਂਸਟੀਟੂਐਂਟ ਅਸੈਂਬਲੀ। ਠੀਕ ਆ। ਤਾਂ ਮਤਲਬ ਅਸੈਂਬਲੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਮਤਲਬ ਜਿਹੜਾ ਆਨਸਰ ਆ ਉਹ ਹੈਗਾ 26 ਨਵੰਬਰ 1949 ਨੂੰ। ਤਾਂ ਮਤਲਬ ਜਿਹੜਾ ਅਡੋਪਟ ਕੀਤਾ ਗਿਆ ਸੀ ਉਹ ਇੰਨੇ ਨੂੰ ਆ, ਤੇ 26 ਜਨਵਰੀ 1950 ਨੂੰ ਇਹ ਇੰਪਲੀਮੈਂਟ ਕਰਤਾ ਸੀ ਪੂਰੀ ਕੰਟਰੀ ਦੇ ਵਿੱਚ, ਜਾਣੀ ਕਿ ਲਾਗੂ ਕਰਤਾ ਸੀ। ਕਿਉਂਕਿ 1930-31 ਦੇ ਵਿੱਚ ਆਪਣੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਸਵਰਾਜ ਦਾ ਦਿਨ ਮਨਾਤਾ ਸੀ। ਠੀਕ ਆ। ਪੂਰਨ ਸਵਰਾਜ ਦਾ ਦਿਨ ਮਨਾਤਾ ਸੀਗਾ ਇਹ ਦਿਨ 26 ਜਨਵਰੀ ਨੂੰ, ਤਾਂ ਕਰਕੇ 26 ਜਨਵਰੀ ਆ ਜਿਹੜਾ ਉਹ ਚੂਜ਼ ਕੀਤੀ ਗਈ ਤਰੀਕ। ਕਲੀਅਰ ਆ। ਤਾਂ ਹੁਣ ਦੇਖੋ ਆਪਾਂ ਇਹਦੇ 'ਚ ਗੱਲ ਕਰਦੇ ਹਾਂ ਕੌਂਸਟੀਟੂਐਂਟ ਅਸੈਂਬਲੀ ਦੇ ਬਾਰੇ। ਤਾਂ ਮਤਲਬ ਜਿਹੜੀ ਕੌਂਸਟੀਟੂਐਂਟ ਅਸੈਂਬਲੀ ਬਣੀ ਸੀ ਇਹ ਆਪਣੇ ਮਤਲਬ ਕਿ ਕਿਹੜੇ ਮਿਸ਼ਨ, ਉਹਦੇ ਕਿਹੜੇ ਨਾਲ ਬਣਾਈ ਗਈ ਸੀ ਇਹ ਆਪਣੇ, ਤਾਂ ਕੈਬਨਿਟ ਮਿਸ਼ਨ ਪਲਾਨ ਨਾਲ। ਠੀਕ ਆ। ਤਾਂ ਕਾਹਦੇ ਨਾਲ ਬਣਾਈ ਗਈ ਸੀ, ਕੈਬਨਿਟ ਮਿਸ਼ਨ ਪਲਾਨ ਦੇ ਨਾਲ ਇਹ ਬਣਾਈ ਗਈ ਸੀ ਆਪਣੇ ਕੌਂਸਟੀਟੂਐਂਟ ਅਸੈਂਬਲੀ। ਮਤਲਬ ਇਹ ਕਾਹਦੇ ਨਾਲ ਬਣਾਈ ਗਈ ਸੀ, ਤਾਂ ਆਪਣੇ ਕੈਬਨਿਟ ਮਿਸ਼ਨ ਪਲਾਨ, ਜਿਹੜਾ ਕਿ ਕਦੋਂ ਆਇਆ ਸੀ, 1946 ਦੇ ਵਿੱਚ ਆਇਆ ਸੀ। ਕਲੀਅਰ ਆ। ਤਾਂ ਮਤਲਬ ਇਹ ਨਹੀਂ ਪਲਾਨ ਕੀਤਾ ਸੀਗਾ ਵੀ ਕੌਂਸਟੀਟੂਐਂਟ ਅਸੈਂਬਲੀ ਆ ਜਿਹੜੀ ਉਹ ਹੋਊਗੀ। ਠੀਕ ਆ। ਤੇ ਜਿਹੜੇ ਪ੍ਰਤੀਨਿਧੀ ਨੇ ਉਹ ਕਾਹਦੇ ਆਧਾਰ 'ਤੇ ਹੋਣਗੇ, ਪਾਪੂਲੇਸ਼ਨ ਦੇ ਆਧਾਰ 'ਤੇ ਹੋਣਗੇ। ਤੇ ਜੇ ਇੱਕ ਕੈਂਡੀਡੇਟ ਹੋਊਗਾ ਤਾਂ 10 ਲੱਖ ਦੀ ਵੋਟ 'ਤੇ ਹੋਊਗਾ, ਮਤਲਬ ਕਿ 10 ਲੱਖ ਦੀ ਇਹਨਾਂ ਨੇ ਉਹ ਰੱਖਤੀ ਵੀ ਜਿੱਥੇ 10 ਲੱਖ ਨੂੰ ਇੱਕ ਪ੍ਰਤੀਨਿਧੀ ਜਿਹੜਾ ਉਹ ਡਿਫਾਈਨ ਕਰੂਗਾ। ਤੇ ਜਿਹੜਾ ਇਹ ਆਹ ਸੀਗਾ ਆਪਣਾ ਕੈਬਨਿਟ ਮਿਸ਼ਨ ਸੀ, ਇਹਦੇ ਕਿੰਨੇ ਮੈਂਬਰ ਸੀਗੇ, 3 ਮੈਂਬਰ। ਇਹਦੇ ਬਾਰੇ ਬਹੁਤ ਕੁਐਸਚਨ ਆਉਂਦੇ ਆ, ਤਾਂ 2-3 ਮੈਂਬਰ ਦੇ ਦਿੱਤੇ ਜਾਂਦੇ ਆ, ਜਾਂ ਫਿਰ ਉਹਨਾਂ ਦੇ ਵਿੱਚੋਂ 1-3 ਸਹੀ ਦੇ ਕੇ ਇੱਕ ਆ ਜਾਂਦਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਮੈਂਬਰ ਹੈਗਾ, ਜਾਂ 3 ਸਹੀ ਦੇ ਕੇ ਇਹਨਾਂ ਦੇ ਵਿੱਚੋਂ ਕਿਹੜਾ ਮੈਂਬਰ ਨਹੀਂ ਹੈਗਾ। ਤਾਂ ਇਹਦੇ ਜਿਹੜੇ ਮੈਂਬਰ ਸੀਗੇ ਉਹ ਸੀਗੇ ਆਪਣੇ ਕੋਲੇ ਸਰ ਲਾਰੈਂਸ, ਔਰ ਦੂਸਰੇ ਸੀਗੇ ਆਪਣੇ ਕੋਲੇ ਸਟੈਫੋਰਡ ਕ੍ਰਿਪਸ, ਔਰ ਆਪਣੇ ਕੋਲ ਤੀਸਰੇ ਸੀਗੇ ਅਲੈਗਜ਼ੈਂਡਰ। ਠੀਕ ਆ। ਤਾਂ ਆਹ ਮਤਲਬ ਆਪਣੇ ਕੋਲ ਇਹਦੇ 3 ਕੈਬਨਿਟ ਮਿਸ਼ਨ ਦੇ ਵਿੱਚ ਬੰਦੇ ਸੀਗੇ, ਸਰ ਪੈਟਿਕ ਲਾਰੈਂਸ ਔਰ ਸਟੈਫੋਰਡ ਕ੍ਰਿਪਸ, AB ਅਲੈਗਜ਼ੈਂਡਰ। ਤਾਂ 3 ਬੰਦੇ ਸੀਗੇ। ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਕੌਂਸਟੀਟੂਐਂਟ ਅਸੈਂਬਲੀ ਆ, ਤਾਂ ਪਹਿਲੀ ਵਾਰ ਪ੍ਰਪੋਜ਼ ਕਦੋਂ ਹੋਈ ਸੀ, 1934 ਦੇ ਵਿੱਚ। ਉਦੋਂ ਕਿਹਨਾਂ ਨੇ ਕੀਤੀ ਸੀ, MN ਰॉय। ਤਾਂ ਮਤਲਬ ਪਹਿਲੀ ਵਾਰੀ ਪ੍ਰਪੋਜ਼ ਕਦੋਂ ਕੀਤੀ ਸੀ ਇਹ, 1934। ਕਿਹਨਾਂ ਨੇ ਕੀਤੀ ਸੀ, MN ਰॉय ਨੇ। ਤੇ ਕਲੀਅਰ ਆ। ਪਰ ਜੇ ਆਪਾਂ ਗੱਲ ਕਰੀਏ ਵੀ ਇਹ ਤਾਂ ਵੈਸੇ ਹੀ ਕੀਤੀ ਸੀਗੀ, ਜੇ ਇਹਨਾਂ ਨੂੰ ਦੇਖੀਏ ਆਪਾਂ ਆਫੀਸ਼ੀਅਲ ਤੌਰ 'ਤੇ, ਠੀਕ ਆ, ਆਫੀਸ਼ੀਅਲ ਤੌਰ 'ਤੇ ਕਿਹਨਾਂ ਨੇ ਡਿਮਾਂਡ ਕਦੋਂ ਕਰੀ ਸੀ, 1935 ਦੇ ਵਿੱਚ। ਤਾਂ ਕਿਹਨੇ ਕਰੀ ਸੀ, ਕਾਂਗਰਸ ਪਾਰਟੀ। ਮਤਲਬ ਇੱਕ ਹੀ ਲਾਰਜੈਸਟ ਪਾਰਟੀ ਸੀ ਕਾਂਗਰਸ, ਤੇ ਪਾਰਟੀ ਨੇ ਕੀਤੀ ਸੀ। ਤਾਂ ਫਿਰ ਜੇ ਆਪਾਂ ਦੇਖੀਏ ਵੀ ਬ੍ਰਿਟਸ ਨੇ ਇਹ ਐਕਸੈਪਟ ਕਦੋਂ ਕਰ ਲਈ ਸੀ, 1940 ਦੇ ਵਿੱਚ। ਕਿਹੜਾ ਆਫਰ ਸੀਗਾ, ਅਗਸਤ ਆਫਰ। ਕਲੀਅਰ ਆ। ਤਾਂ ਦੇਖੋ ਕੈਬਨਿਟ ਮਿਸ਼ਨ ਆਪਣੇ ਕੈਬਨਿਟ ਮਿਸ਼ਨ ਪਲਾਨ ਕਦੋਂ ਹੁੰਦਾ, 1946। ਤੇ ਇਹਦੇ ਨਾਲ ਹੀ ਆਪਣੀ ਕੌਂਸਟੀਟੂਐਂਟ ਅਸੈਂਬਲੀ ਬਣਦੀ ਆ। ਇੱਕ ਪ੍ਰਤੀਨਿਧੀ ਕਿੰਨੇ 'ਤੇ ਸੀ, 10 ਲੱਖ 'ਤੇ। ਤੇ ਇਹ ਕਿੰਨੇ ਮਿਸ਼ਨ ਦੇ ਵਿੱਚ ਮੈਂਬਰ ਸੀ, 3 ਮੈਂਬਰ, ਸਰ ਪੈਟਿਕ ਲਾਰੈਂਸ ਔਰ ਸਟੈਫੋਰਡ ਕ੍ਰਿਪਸ, AB ਅਲੈਗਜ਼ੈਂਡਰ। ਤੇ 1934 ਦੇ ਵਿੱਚ ਪਹਿਲੀ ਵਾਰੀ MN ਰॉय ਨੇ ਕੀ ਕਰਿਆ ਸੀਗਾ, ਇਹਦੇ ਬਾਰੇ ਪਾਰਟੀ ਦੇ ਬਾਰੇ ਪ੍ਰਪੋਜ਼ ਕੀਤਾ ਸੀ ਆਪਣੇ ਕੌਂਸਟੀਟਿਊਐਂਟ ਅਸੈਂਬਲੀ ਦੇ ਬਾਰੇ। ਤੇ ਜੇ ਆਫੀਸ਼ੀਅਲ ਤੌਰ 'ਤੇ ਦੇਖੀਏ 1935 ਦੇ ਵਿੱਚ ਕਾਂਗਰਸ ਪਾਰਟੀ ਨੇ ਰੱਖੀ ਸੀ ਡਿਮਾਂਡ। ਤਾਂ ਬ੍ਰਿਟਸ ਨੇ ਕਦੋਂ ਐਕਸੈਪਟ ਕਰ ਲਿਆ ਸੀ, 1940 ਦੇ ਵਿੱਚ ਅਗਸਤ ਆਫਰ ਦੇ ਦੁਆਰਾ। ਇੱਥੋਂ ਤੱਕ ਕਲੀਅਰ ਆ। ਤਾਂ ਜਦੋਂ ਫਿਰ ਇਹ ਮਤਲਬ ਸ਼ੁਰੂ ਦੇ ਵਿੱਚ ਇਹਦੇ ਜਿਹੜੇ ਮੈਂਬਰ ਸੀਗੇ, ਤਾਂ ਸ਼ੁਰੂ ਦੇ ਵਿੱਚ ਇਹਦੇ ਮੈਂਬਰ ਕਿੰਨੇ ਸੀਗੇ, 399। ਤਾਂ ਕੌਂਸਟੀਟਿਊਐਂਟ ਅਸੈਂਬਲੀ ਦੇ ਸ਼ੁਰੂ ਤੋਂ ਮੈਂਬਰ ਕਿੰਨੇ ਸੀਗੇ, 399। ਤਾਂ ਜਿਹੜੇ ਇਹਨਾਂ ਦੇ ਵਿੱਚੋਂ ਸੀਗੇ 296 ਉਹ ਕਿੱਥੋਂ ਸੀਗੇ, ਪ੍ਰਾਂਤਾਂ 'ਚੋਂ ਸੀਗੇ। ਜਿਹੜੇ ਫਿਰ ਆਪਣੇ ਬਚ ਗਏ 93 ਉਹ ਸੀਗੇ ਆਪਣੇ ਜਿਹੜੀਆਂ ਆਜ਼ਾਦ ਰਿਆਸਤਾਂ ਸੀਗੀਆਂ ਉਹਨਾਂ ਦੇ ਵਿੱਚੋਂ ਸੀ। ਕਲੀਅਰ ਆ। ਤਾਂ ਹੁਣ ਦੇਖੋ, ਤੇ ਜਿਹੜਾ ਕੈਬਨਿਟ ਮਿਸ਼ਨ ਪਲਾਨ ਸੀਗਾ 9 ਦਸੰਬਰ 1946 ਨੂੰ ਸੈਟਅਪ ਹੋ ਗਈ ਸੀ ਅਸੈਂਬਲੀ ਇਹਦੇ ਨਾਲ। ਠੀਕ ਆ। ਤਾਂ ਸਭ ਤੋਂ ਜਿਹੜਾ ਸੀਨੀਅਰ ਆਪਣੇ ਸੀਗੇ ਉਦੋਂ ਉਹ ਕੌਣ ਸੀਗੇ, ਸੀਨੀਅਰ ਸੀਗੇ ਡਾਕਟਰ ਸਚਿਦਾਨੰਦ ਸਿਨਹਾ। ਇਹ ਸੀਨੀਅਰ ਸੀਗੇ, ਤਾਂ ਕਰਕੇ ਪਹਿਲਾਂ ਇਹਨਾਂ ਨੂੰ ਮਤਲਬ ਕਿ ਅਪੁਆਇੰਟ ਕਰਤਾ ਇਹਨਾਂ ਦੇ ਹੈੱਡ। ਪਰ ਇਹ ਥੋੜ੍ਹੇ ਟਾਈਮ ਲਈ ਉਹ ਰਹਿੰਦੇ ਆ, ਇਹ ਤਾਂ ਕਰਕੇ ਇਹਨਾਂ ਨੂੰ ਆਪਾਂ ਕਿਹੜਾ ਕਹਿੰਦੇ ਆ, ਟੈਂਪਰੇਰੀ।
ठीक है। टैंपरेरी हैड कौन सीगे अपने डॉक्टर सचिदानंद सिन्हा। तो फिर ਜਿਹੜੇ ਤੋਂ ਬਾਅਦ ਚ ਪਰਮਾਨੈਂਟ ਬਣਾਏ ਗਏ ਉਹ ਕਿਹੜੇ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਕਲੀਅਰ ਆ। ਤਾਂ ਅੱਗੇ ਦੇਖੋ ਇਹਨਾਂ ਦੇ ਬਾਰੇ ਆਪਾਂ ਹੋਰ ਗੱਲ ਕਰੀਏ ਤਾਂ ਜਦੋਂ ਮਤਲਬ ਕਿ ਆਪਣੀ ਅਸੈਂਬਲੀ ਬਣ ਗਈ ਠੀਕ ਆ ਅਸੈਂਬਲੀ ਦੇ ਜਿਹੜੇ ਪਹਿਲਾਂ ਟੈਂਪਰੇਰੀ ਬਣੇ ਉਹ ਕੌਣ ਸੀਗੇ ਡਾਕਟਰ ਸਚਿਦਾਨੰਦ ਸਿन्हा ਇਹ ਕਿਹੜੇ ਸੀ ਟੈਂਪਰੇਰੀ ਸੀ। ਤੇ ਫਿਰ ਇਹਦੇ ਬਾਅਦ ਚ ਪਰਮਾਨੈਂਟ ਕੌਣ ਬਣੇ ਉਹ ਬਣੇ ਆਪਣੇ ਡਾਕਟਰ ਰਜਿੰਦਰ ਪ੍ਰਸਾਦ ਠੀਕ ਆ। ਫਿਰ ਇਹਦੇ ਜਿਹੜੇ ਇਦੋਂ ਬਾਅਦ ਚ ਬਣੇ ਸੀ ਆਪਣੇ ਡਿਪਟੀ ਚੇਅਰਮੈਨ ਜਿਹੜੇ ਇਦੋਂ ਬਾਅਦ ਚ ਡਿਪਟੀ ਚੇਅਰਮੈਨ ਬਣੇ ਉਹ ਕੌਣ ਬਣੇ ਸੀਗੇ HC ਮੁਖਰਜੀ ਠੀਕ ਆ। ਤੇ ਨਾਲ ਇਹਨਾਂ ਦੇ ਇੱਕ ਹੋਰ ਕੌਣ ਸੀ BT ਕ੍ਰਿਸ਼ਨਾਚਾਰੀ। ਕਲੀਅਰ ਆ ਕੌਣ ਸੀਗੇ ਦੋਨੋਂ ਡਿਪਟੀ ਚੇਅਰਮੈਨ ਮਤਲਬ ਪਰਮਾਨੈਂਟ ਚੇਅਰਮੈਨ ਨੇ ਆ ਆਪਣੇ ਟੈਂਪਰੇਰੀ ਚੇਅਰਮੈਨ ਨੇ। ਤੇ ਇਹ ਵਾਲੇ ਬਣੇ ਸੀ ਔਰ ਇਹਨਾਂ ਦੇ ਜਿਹੜੇ ਐਡਵਾਈਜ਼ਰ ਬਣੇ ਸੀ ਠੀਕ ਆ ਐਡਵਾਈਜ਼ਰ ਕੌਣ ਬਣੇ ਸੀ BN ਰਾਓ। ਕਲੀਅਰ। ਤੇ ਆ ਆਪਣੀ ਅਸੈਂਬਲੀ ਸੀ ਔਰ 13 ਦਸੰਬਰ 1946 ਨੂੰ ਇਹਨਾਂ ਨੇ ਕੀ ਕੀਤਾ ਆਪਣੇ ਨਹਿਰੂ ਜੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਓਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਠੀਕ ਆ। ਕੀ ਕਰਿਆ ਇਹਨਾਂ ਨੇ ਓਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕਰਿਆ। ਤੇ ਫਿਰ ਇਹ ਤੋਂ ਬਾਅਦ ਚ 22 ਜਨਵਰੀ 1947 ਨੂੰ ਐਕਸੈਪਟ ਕੀਤਾ ਗਿਆ। ਕਲੀਅਰ ਆ। ਇਹ ਤੋਂ ਬਾਅਦ ਚ ਇਹੀ ਅੱਗੇ ਜਾ ਕੇ ਪ੍ਰੈਂਬਲ ਬਣ ਜਾਏਗਾ। ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੇ ਮਤਲਬ ਕਿ 13 ਦਸੰਬਰ 1946 ਨੂੰ ਕੀ ਪੇਸ਼ ਕੀਤਾ ਗਿਆ ਓਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਕਿਹਨਾਂ ਨੇ ਪੰਡਿਤ ਨਹਿਰੂ ਜੀ ਨੇ ਔਰ ਅੱਗੇ 22 ਜਨਵਰੀ 1947 ਨੂੰ ਉਹਨੂੰ ਐਕਸੈਪਟ ਕਰ ਲਿਆ ਔਰ ਦੈਨ ਅੱਗੇ ਜਾ ਕੇ ਉਹੀ ਕੀ ਬਣ ਜਾਏਗਾ ਪ੍ਰੈਂਬਲ ਬਣ ਜਾਏਗਾ। ਤਾਂ ਅੱਗੇ ਇਹਨਾਂ ਨੇ ਮਤਲਬ ਕਿ ਕਿੰਨੇ ਲੋਕਾਂ ਦੇ ਵਿੱਚ ਇੱਕ ਬੰਦਾ ਰੱਖਿਆ ਸੀ 10 ਲੱਖ ਲੋਕ ਬਰਾਬਰ ਹੈ ਇੱਕ ਪ੍ਰਤੀਨਿਧੀ। ਕਲੀਅਰ ਆ। ਤੇ ਉਹ ਮਤਲਬ 399 ਮੈਂਬਰਾਂ ਦੇ ਵਿੱਚੋਂ ਚੁਣਨਗੇ ਇਹ। ਤੇ ਜਿਹੜੇ 399 ਮੈਂਬਰ ਸੀ ਇਹਨਾਂ ਦੇ 399 ਮੈਂਬਰ ਸੀਗੇ ਤੇ ਇਹਦੇ ਵਿੱਚੋਂ 296 ਪ੍ਰਾਂਤਾਂ ਚੋਂ ਤੇ ਬਾਕੀ ਜਿਹੜੇ 93 ਉਹ ਰਿਆਸਤਾਂ ਚੋਂ। ਤੇ ਜਿਹੜੇ ਅੱਗੇ ਆ 296 ਸੀ ਇਹਨਾਂ ਦੇ ਵਿੱਚੋਂ 208 ਇਕੱਲੀ ਕਾਂਗਰਸ ਦੇ ਨੇ ਔਰ 73 ਇਹਨਾਂ ਦੇ ਵਿੱਚੋਂ ਹੀ ਗੱਲ ਕਰਦੇ ਆਪਾਂ ਠੀਕ ਆ। ਤੇ ਇਹਨਾਂ ਦੇ ਵਿੱਚੋਂ ਇਹ ਸੀਗੇ ਮੁਸਲਿਮ ਲੀਗ ਦੇ। ਤੇ ਇਸ ਤੋਂ ਬਾਅਦ 'ਚ ਜਿਹੜੇ 15 ਸੀਗੇ ਉਹ ਬਿਲਕੁਲ ਸੁਤੰਤਰ ਨੇ। ਕਲੀਅਰ ਆ। ਤੇ ਜਿਹੜੇ 296 ਪ੍ਰਾਂਤਾਂ 'ਚੋਂ ਆਏ ਉਹਨਾਂ 'ਚੋਂ 208 ਕਾਂਗਰਸ ਦੇ ਨੇ 73 ਮੁਸਲਿਮ ਲੀਗ ਦੇ ਨੇ ਔਰ 15 ਜਿਹੜੇ ਉਹਨਾਂ 'ਚੋਂ ਸੁਤੰਤਰ ਨੇ ਠੀਕ ਆ। ਤੇ ਮਤਲਬ ਜਿਹੜੇ ਮੁਸਲਿਮ ਲੀਗ ਦੇ ਮੈਂਬਰ ਸੀ ਉਹਨਾਂ ਨੇ ਪਾਕਿਸਤਾਨ ਸਭਾ ਦੇ ਵਿੱਚ ਹਿੱਸਾ ਲਿਆ ਉਹ ਇੱਧਰ ਸਭਾ ਦੇ ਵਿੱਚ ਉਹਨਾਂ ਨੇ ਹਿੱਸਾ ਨਹੀਂ ਲਿਆ ਜਿੰਨਾ ਚਿਰ ਮਾਊਂਟਬੇਟਨ ਪਲਾਨ ਆ ਜਿਹੜਾ ਉਹ ਨਹੀਂ ਆਇਆ। ਜਦੋਂ ਮਾਊਂਟਬੇਟਨ ਪਲਾਨ ਆ ਗਿਆ ਫਿਰ ਉਹਨਾਂ ਨੂੰ ਮਤਲਬ ਕਿ ਹੋਪ ਹੋਈ ਦੈਨ ਉਹਨਾਂ ਨੇ ਇਹਦੇ 'ਚ ਪਾਰਟੀਸਪੇਟ ਕੀਤਾ। ਇਹ ਤੋਂ ਪਹਿਲਾਂ ਤਾਂ ਉਹਨਾਂ ਨੇ ਬਹਿਸਕਾਰ ਹੀ ਕੀਤਾ ਸੀਗਾ ਠੀਕ ਆ। ਜਿਹੜੀ ਪਹਿਲੀ ਵਾਰ ਮਿਲੇ ਸੀ ਇਹ ਮੀਟਿੰਗ ਕਰੀ ਸੀ ਇਹਨਾਂ ਨੇ ਉਹ ਹੋਈ ਸੀ 9 ਦਸੰਬਰ 1946 ਨੂੰ। ਕਲੀਅਰ ਆ। ਜਿਹੜੇ ਮਤਲਬ ਪਹਿਲੀ ਵਾਰੀ ਇਹਨਾਂ ਨੇ ਕੀਤੇ ਸੀ। ਤੇ ਫਿਰ ਇਹ ਤੋਂ ਬਾਅਦ 'ਚ ਜਿਹੜਾ ਇਹਨਾਂ ਨੇ ਸਮਾਂ ਲਿਆ ਸੀਗਾ ਸੰਵਿਧਾਨ ਦੇ ਲਈ ਉਹ ਲਿਆ ਸੀ ਇਹਨਾਂ ਨੇ 2 year 11 months 17 days ਆ ਸੰਵਿਧਾਨ ਬਣਾਉਣ ਦੇ ਲਈ ਇਹਨਾਂ ਨੇ ਟਾਈਮ ਲਿਆ ਔਰ ਜਿਹੜਾ ਇਹਦੇ 'ਤੇ ਖਰਚਾ ਹੋਇਆ ਉਹ ਕਿੰਨਾ ਹੋਇਆ ਸੀਗਾ 64 ਲੱਖ ਰੁਪਏ। ਕਲੀਅਰ ਆ। ਤੇ ਮਤਲਬ ਜੇ ਆਪਾਂ ਇਹਨਾਂ ਨੇ ਦੇਖੀ ਵੀ ਸੰਵਿਧਾਨ ਜਿਹੜਾ ਬਣਾ ਕੇ ਇਹਨਾਂ ਨੇ ਤਿਆਰ ਕੀਤਾ ਸੀ ਆਪਣੇ ਓਰੀਜਨਲ ਸੰਵਿਧਾਨ ਦੇ ਵਿੱਚ ਪਾਰਟ ਕਿੰਨੇ ਸੀਗੇ ਪਹਿਲਾਂ ਪਾਰਟ ਨੇ 22 ਆਰਟੀਕਲ ਨੇ 395 ਔਰ ਸ਼ਡਿਊਲ ਕਿੰਨੇ ਨੇ 8। ਕਲੀਅਰ ਆ। ਹੁਣ ਆ 25 ਪਾਰਟ ਨੇ ਆਰਟੀਕਲ ਤਾਂ ਮੋਰ ਦੈਨ 450 ਕਿਉਂਕਿ ਐਡ ਹੋ ਗਏ ਤੇ ਜਿਹੜੇ ਆਪਣੇ ਸ਼ਡਿਊਲ ਨੇ ਇਹ ਕਿੰਨੇ ਹੋ ਗਏ ਹੁਣ 12 ਆ ਮਤਲਬ ਕਿ ਕਰੰਟਲੀ ਨੇ ਤੇ ਆ ਆਪਣੇ ਓਰੀਜਨਲ ਦੇ ਵਿੱਚ ਸੀਗੇ। ਓਰੀਜਨਲ ਦੇ ਵਿੱਚ ਤਾਂ 22 ਪਾਰਟ ਸੀ ਹੁਣ 25 ਨੇ ਤੇ 395 ਸੀ ਆਰਟੀਕਲ ਹੁਣ ਮਤਲਬ 450 ਦੇ ਲਵੇ ਤਵੇ ਹੋਏ ਪਏ ਆ। ਤੇ ਜੇ 8 ਦੀ ਇਹਦੀ ਗੱਲ ਕਰੀਏ ਸ਼ਡਿਊਲ ਅਨੁਸੂਚੀਆਂ 8 ਸੀਗੀਆਂ ਹੁਣ ਅਨੁਸੂਚੀਆਂ ਕਿੰਨੀਆਂ ਨੇ ਇਹਦੇ 'ਚ ਤੇ 12 ਨੇ ਠੀਕ ਆ। ਫਿਰ ਇਹਨਾਂ ਨੇ ਜਿਹੜਾ ਡਰਾਫਟ ਸੀਗਾ ਤਾਂ ਇਹਨਾਂ ਨੇ ਪਹਿਲਾਂ ਡਰਾਫਟ ਮਤਲਬ ਕਿ ਲੋਕਾਂ ਦੇ ਵਿੱਚ ਰੱਖਿਆ ਠੀਕ ਆ 1948 ਦੇ ਵਿੱਚ। ਕਾਹਦੇ ਲਈ ਲੋਕਾਂ ਦੇ ਲਈ ਰੱਖਦਾ ਸੀਗਾ ਕਾਹਦੇ ਲਈ ਮਤਲਬ ਵੀ ਲੋਕਾਂ ਤੋਂ ਫੀਡਬੈਕ ਚਾਹੀਦਾ। ਲੋਕਾਂ ਨੂੰ ਫੀਡਬੈਕ 8 ਮਹੀਨੇ ਦੇ ਅੰਦਰ ਇਹਨਾਂ ਨੇ ਫੀਡਬੈਕ ਸਾਰਾ ਜਿਹੜਾ ਮਤਲਬ ਕਿ ਲੋਕਾਂ ਤੋਂ ਲੈ ਲਿਆ ਸੀਗਾ। ਤੇ ਜਿਹੜਾ ਇਹਨਾਂ ਦਾ ਜਮਾ ਲਾਸਟ ਸੈਸ਼ਨ ਹੁੰਦਾ ਲਾਸਟ ਸੈਸ਼ਨ 14 ਤੋਂ 26 ਨਵੰਬਰ ਦੇ ਵਿੱਚ
14 ਤੋਂ 26 ਨਵੰਬਰ ਤੱਕ 1949 ਦੇ ਵਿੱਚ ਇਹ ਕੀ ਕਰਦੇ ਨੇ, ਲਾਸਟ ਸੈਸ਼ਨ ਕਰਦੇ ਨੇ। ਤੇ ਜਿਹੜੀ ਮੁਸਲਿਮ ਲੀਗ ਸੀ ਉਹਨੇ ਪਾਰਟਿਸਿਪੇਟ ਕਦੋਂ ਕੀਤਾ, ਜਦੋਂ ਮਾਊਂਟਬੈਟਨ ਪਲਾਨ ਦਾ ਉਹਨਾਂ ਨੂੰ ਪਤਾ ਲੱਗ ਗਿਆ। ਇੱਥੋਂ ਤੱਕ ਕਲੀਅਰ ਆ? ਕੋਈ ਡਾਊਟ ਸ਼ੰਕਾ ਹੋਵੇ ਕਿਸੇ ਨੂੰ ਦੈਨ ਤੁਸੀਂ ਕਮੈਂਟ ਕਰ ਸਕਦੇ ਹੋ। ਤਾਂ ਹੁਣ ਦੇਖੋ ਇਹ ਤੋਂ ਬਾਅਦ ਜਿਹੜੀਆਂ ਅਲੱਗ-ਅਲੱਗ ਇਹਦੀਆਂ ਕਮੇਟੀਆਂ ਬਣਦੀਆਂ ਨੇ, ਤਾਂ ਕਮੇਟੀਆਂ ਕਿਹੜੀਆਂ-ਕਿਹੜੀਆਂ ਸੀਗੀਆਂ? ਇੱਕ ਤਾਂ ਸੀਗੀ ਡਰਾਫਟਿੰਗ ਕਮੇਟੀ, ਠੀਕ ਆ। ਇਹਦੇ 'ਚ ਕਿੰਨੇ ਮੈਂਬਰ ਸੀਗੇ? 1+6 ਜਾਣੀ ਕਿ ਤਾਂ ਹੈੱਡ ਹੋਊਗਾ ਇਹਨਾਂ ਦਾ, ਠੀਕ ਆ। ਇਹਦਾ ਜਿਹੜਾ ਪ੍ਰਧਾਨ ਸੀਗਾ ਉਹ ਕੌਣ ਸੀਗੇ? ਡਾਕਟਰ BR ਅੰਬੇਦਕਰ, ਕਲੀਅਰ ਆ। ਅਤੇ ਜਿਹੜੇ ਇਹਨਾਂ ਦੇ 6 ਮੈਂਬਰ ਸੀਗੇ ਉਹਨਾਂ ਦੇ ਬਾਰੇ ਹਜੇ ਆਪਾਂ ਮਤਲਬ ਕਿ ਗੱਲ ਨਹੀਂ ਕਰਦੇ, ਅਤੇ ਉਹ ਅੱਗੇ ਜਦੋਂ ਆਪਾਂ ਪੋਲਿਟੀ ਦਾ ਚੈਪਟਰ ਦੇਖਾਂਗੇ ਉਦੋਂ ਆਪਾਂ ਕਰ ਲਾਂਗੇ। ਪਰ ਇਹਦੇ ਵਿੱਚ ਦੇਖੋ, ਅਤੇ ਜਿਹੜੇ BL ਮਿੱਤਰ ਸੀਗੇ ਇਹਦੇ ਵਿੱਚ ਇੱਕ ਬੰਦਾ ਸੀ BL ਮਿੱਤਰਾ, ਠੀਕ ਆ। ਇਹਨਾਂ ਨੇ ਕੀ ਕਰਤਾ ਸੀਗਾ? ਰਿਜ਼ਾਈਨ ਦੇਤਾ ਸੀ, ਇਹਨਾਂ ਨੇ ਰਿਜ਼ਾਈਨ ਦੇਤਾ। ਫਿਰ ਇਹਨਾਂ ਦੀ ਜਗ੍ਹਾ 'ਤੇ ਜਿਹੜੇ ਬੰਦੇ ਆਏ ਉਹ ਕੌਣ ਆ ਗਏ ਸੀਗੇ? N ਮਾਧਵ ਰਾਓ, ਕਲੀਅਰ ਆ। ਤਾਂ ਮਤਲਬ ਇਹਨਾਂ ਨੇ, ਫਿਰ ਇੱਕ ਬੰਦਾ ਸੀ ਆਪਣੇ DP ਖੇਤਾਨ, ਅਤੇ ਇਹਨਾਂ ਦੀ ਕੀ ਹੋ ਜਾਂਦੀ ਆ? ਡੈਥ ਹੋ ਜਾਂਦੀ ਆ। ਔਰ ਇਹਨਾਂ ਦੀ ਜਗ੍ਹਾ 'ਤੇ ਆਏ ਸੀਗੇ ਆਪਣੇ ਕੋਲ TT ਕ੍ਰਿਸ਼ਨਾਮਚਾਰੀ, ਇਹ 1948 ਦੇ ਵਿੱਚ ਆਉਂਦੇ ਆ, ਕਲੀਅਰ। ਆਹ ਮਤਲਬ ਕਿ ਦੋ ਇਹਨਾਂ ਦੇ ਬਾਰੇ ਵੱਖਰੀਆਂ ਜਿਹੀਆਂ ਗੱਲਾਂ ਸੀਗੀਆਂ ਵੀ BL ਮਿੱਤਰ, ਜੇ ਆਪਾਂ ਦੇਖੀਏ ਵੀ BL ਮਿੱਤਰ ਵੀ ਮੈਂ ਤੁਹਾਨੂੰ ਕਰਾ ਦਿੰਦਾ, ਫਿਰ ਮੈਂ ਇਹ ਤੋਂ ਬਾਅਦ N ਮਾਧਵ ਰਾਓ ਵੀ ਲਿਖਾ ਦਿੰਦਾ, ਦੈਨ ਉਹ ਤਾਂ 8 ਹੋ ਜਾਣੇ ਸੀ। ਤਾਂ ਇਹਦਾ ਇੱਥੇ ਦੇਖਣਾ ਬਣਦਾ ਵੀ ਜਿਹੜੇ BL ਮਿੱਤਰ ਸੀਗੇ ਇਹਨਾਂ ਨੇ ਤਾਂ ਰਿਜ਼ਾਈਨ ਕਰਤਾ ਸੀ, ਇਹਨਾਂ ਦੀ ਜਗ੍ਹਾ 'ਤੇ N ਮਾਧਵ ਰਾਓ ਆਏ, ਅਤੇ ਜਿਹੜੇ DP ਖੇਤਾਨ ਸੀਗੇ ਇਹਨਾਂ ਦੀ ਡੈਥ ਹੋ ਜਾਂਦੀ ਆ, ਔਰ ਇਹਨਾਂ ਦੀ ਜਗ੍ਹਾ 'ਤੇ ਫਿਰ ਕੌਣ ਆਏ? TT ਕ੍ਰਿਸ਼ਨਾਮਚਾਰੀ, ਕਲੀਅਰ। ਅਤੇ ਇਸ ਤੋਂ ਬਾਅਦ 'ਚ ਜਿਹੜੀਆਂ ਹੋਰ ਕਮੇਟੀਆਂ ਬਣੀਆਂ, ਜਿਵੇਂ ਕਿ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ ਬਣੀ ਜਾਂ ਜੂਨੀਅਰ ਪਾਵਰ ਕਮੇਟੀ, ਮਤਲਬ ਕਿ ਦੋ ਕਮੇਟੀਆਂ ਸੀਗੀਆਂ ਆਪਣੇ ਕੋਲ, ਇੱਕ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ ਔਰ ਆ ਤਾਂ ਯੂਨੀਅਨ ਹੀ ਆ, ਯੂਨੀਅਨ ਪਾਵਰ ਕਮੇਟੀ, ਠੀਕ ਆ। ਇਹਨਾਂ ਦੋਨਾਂ ਦੇ ਹੈੱਡ ਕੌਣ ਸੀਗੇ? JL ਨਹਿਰੂ ਜੀ। ਮਤਲਬ ਆ ਦੋਨਾਂ ਕਮੇਟੀਆਂ ਦੇ ਹੈੱਡ ਕੌਣ ਸੀਗੇ? ਆਪਣੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਸੀਗੇ, ਓਕੇ। ਅਤੇ ਫਿਰ ਇਹ ਤੋਂ ਬਾਅਦ 'ਚ ਜਿਹੜੀਆਂ ਬਣਦੀਆਂ ਨੇ, ਮਤਲਬ ਕਿ ਪ੍ਰੋਵਿੰਸ ਕੌਂਸਟੀਟਿਊਸ਼ਨ ਕਮੇਟੀ ਬਣਦੀ ਆ, ਜਿਵੇਂ ਕਿ ਅੱਗੇ ਦੇਖੋ ਤੁਸੀਂ ਨੀਚੇ ਇੱਥੇ, ਅਤੇ ਇਹਨਾਂ ਦੇ ਵਿੱਚ ਜਿਹੜੀ ਫੰਡਾਮੈਂਟਲ ਰਾਈਟਸ ਦੇ ਲਈ ਬਣਦੀ ਸੀ, ਫੰਡਾਮੈਂਟਲ ਰਾਈਟਸ ਦੇ ਬਾਰੇ ਕਮੇਟੀ ਬਣੀ ਆ, ਫੰਡਾਮੈਂਟਲ ਰਾਈਟ ਐਂਡ ਮਿਨੋਰਟੀ, ਠੀਕ ਆ। ਫੰਡਾਮੈਂਟਲ ਰਾਈਟ ਐਂਡ ਮਿਨੋਰਟੀ ਦੇ ਲਈ ਕਮੇਟੀ ਬਣੀ ਸੀ, ਅਤੇ ਇਹਨਾਂ ਦੇ ਹੈੱਡ ਕੌਣ ਸੀਗੇ? ਹੈੱਡ ਇਹਨਾਂ ਦੇ ਸੀਗੇ ਵੱਲਭ ਭਾਈ ਪਟੇਲ, ਵੱਲਭ ਭਾਈ ਪਟੇਲ ਸੀਗੇ, ਠੀਕ ਆ। ਅਤੇ ਜਿਹੜੀ ਮਿਨੋਰਟੀ ਦੇ ਲਈ ਸਬ ਕਮੇਟੀ ਬਣੀ ਸੀ ਉਹਨਾਂ ਦੇ ਹੈੱਡ ਸੀਗੇ HC ਮੁਖਰਜੀ, ਅਤੇ ਜਿਹੜੀ ਫੰਡਾਮੈਂਟਲ ਰਾਈਟ ਦੀ ਸਬ ਕਮੇਟੀ ਸੀ ਉਹਨਾਂ ਦੇ ਹੈੱਡ ਸੀਗੇ JP ਕਿਰਪਲਾਨੀ, ਠੀਕ ਆ, JP ਕਿਰਪਲਾਨੀ। ਮਤਲਬ ਫੰਡਾਮੈਂਟਲ ਰਾਈਟ ਦੀ ਅੱਗੇ ਸਬ ਕਮੇਟੀ ਬਣਦੀ ਆ, ਇਹਦੇ ਹੈੱਡ ਕੌਣ ਸੀਗੇ? JP ਕਿਰਪਲਾਨੀ ਸੀਗੇ, ਔਰ ਜਿਹੜੀ ਮਿਨੋਰਟੀ ਦੇ ਲਈ ਬਣਦੀ ਆ ਉਹਨਾਂ ਦੇ ਸੀ HC ਮੁਖਰਜੀ, ਓਕੇ। ਅਤੇ ਇਹ ਤੋਂ ਬਾਅਦ ਜਿਹੜੀਆਂ ਮਤਲਬ ਕਿ ਰਿਆਸਤ ਕਮੇਟੀ, ਨਿਯਮ ਕਮੇਟੀ, ਸੰਚਾਲਨ ਕਮੇਟੀ, ਇਹਨਾਂ ਦੇ ਹੈੱਡ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਅਤੇ ਜਿਹੜੀ ਫਲੈਗ ਕਮੇਟੀ ਸੀ, ਫਲੈਗ ਕਮੇਟੀ ਦੇ ਹੈੱਡ ਵੀ ਸੀਗੇ ਡਾਕਟਰ ਰਜਿੰਦਰ ਪ੍ਰਸਾਦ, ਉਹ ਆਪਾਂ ਤੁਹਾਨੂੰ ਪਹਿਲੇ ਕੁਐਸਚਨ ਦੇ ਵਿੱਚ ਹੀ ਕਰਾਤਾ ਸੀਗਾ, ਠੀਕ ਆ। ਮਤਲਬ UPSC ਦੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਕੁਐਸਚਨ ਸੀਗਾ, ਅਤੇ UPSC ਨੇ ਡਾਕਟਰ ਰਜਿੰਦਰ ਪ੍ਰਸਾਦ ਨੂੰ ਹੀ ਕਰੈਕਟ ਆਂਸਰ ਮੰਨਿਆ ਸੀਗਾ। ਪਰ ਜੇ ਆਪਾਂ ਵੈਸੇ ਕਿਤਾਬਾਂ ਦੇ ਵਿੱਚ ਦੇਖਦੇ ਹਾਂ ਅਤੇ ਉੱਥੇ ਲਿਖਿਆ ਹੋਇਆ ਵੀ JP ਕਿਰਪਲਾਨੀ ਸੀਗੇ, ਅਤੇ ਉਹ ਆਪਣੇ ਹੈੱਡ ਸੀਗੇ ਕਿਹਦੇ? ਅਤੇ ਜਿਹੜੀ ਫਲੈਗ ਕਮੇਟੀ ਸੀ। ਪਰ ਜਿਹੜਾ UPSC ਦੇ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀ, ਦੈਨ UPSC ਨੇ ਜਿਹੜਾ ਕਰੈਕਟ ਆਂਸਰ ਮੰਨਿਆ ਸੀ ਉਹ ਡਾਕਟਰ ਰਜਿੰਦਰ ਪ੍ਰਸਾਦ ਨੂੰ ਦਿੱਤਾ ਸੀ, ਠੀਕ ਆ। ਅਤੇ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਆ, ਅਤੇ ਉਹਦੀਆਂ ਟੋਟਲ ਕਿੰਨੀਆਂ ਮੀਟਿੰਗਾਂ ਹੋਈਆਂ ਸੀਗੀਆਂ? ਇਹਦੀਆਂ ਟੋਟਲ ਮੀਟਿੰਗਸ ਕਿੰਨੀਆਂ ਹੁੰਦੀਆਂ ਨੇ ਆਪਣੇ ਕੋਲ? ਟੋਟਲ ਮੀਟਿੰਗਾਂ ਸੀ ਇਹਨਾਂ ਦੀਆਂ 12, ਠੀਕ ਆ। ਅਤੇ ਆਪਾਂ ਇੱਕ ਦੇਖਾਂਗੇ ਬਸ ਇੰਪੋਰਟੈਂਟ ਜੀ। ਫਸਟ ਮੀਟਿੰਗ ਹੁੰਦੀ ਹੈ ਇਹਨਾਂ ਦੀ 9 ਦਸੰਬਰ 1946 ਨੂੰ, ਠੀਕ ਆ। ਔਰ ਜਿਹੜੀ ਇਹਨਾਂ ਦੀ 12ਵੀਂ ਮੀਟਿੰਗ ਹੁੰਦੀ ਆ ਜਮਾਂ ਲਾਸਟ, ਇਹ ਹੁੰਦੀ ਆ 24 ਜਨਵਰੀ 1950 ਨੂੰ, ਓਕੇ। ਜਿਹੜਾ ਆਪਣੇ ਗਣਤੰਤਰ ਸ਼ਬਦ ਆ, ਆਪਾਂ ਗਣਤੰਤਰ ਸ਼ਬਦ ਪੜ੍ਹਦੇ ਹਾਂ। ਗਣਤੰਤਰ ਸ਼ਬਦ ਆਪਾਂ ਕਿੱਥੋਂ ਲਿਆ? ਇਹ ਅਸੀਂ ਲਿਆ ਗਾ ਫਰਾਂਸ ਤੋਂ। ਗਣਤੰਤਰ ਸ਼ਬਦ ਕਿੱਥੋਂ ਆਇਆ? ਫਰਾਂਸ ਤੋਂ ਆਇਆ, ਕਲੀਅਰ ਆ। ਅਤੇ ਬਾਕੀ ਆਪਾਂ ਹੁਣ ਸੰਵਿਧਾਨ ਦੀ ਗੱਲ ਕਰ ਲਈ। 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਇਹਨਾਂ ਨੇ ਟੋਟਲ ਲਾਇਆ। 26 ਨਵੰਬਰ 1949 ਨੂੰ ਇਹਨਾਂ ਨੇ ਐਕਸੈਪਟ ਕਰ ਲਿਆ, ਅਤੇ ਕੁਝ ਆਰਟੀਕਲ ਸੀਗੇ ਜਿਵੇਂ ਕਿ ਮਤਲਬ 16 ਆਰਟੀਕਲ ਸੀਗੇ ਕੁੱਲ, ਠੀਕ ਆ। ਉਹ ਮਤਲਬ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਲਾਗੂ ਕਰਤੇ ਸੀ, ਜਿਵੇਂ ਕਿ ਇਲੈਕਸ਼ਨ ਦਾ ਹੋ ਗਿਆ, ਨਾਗਰਿਕਤਾ ਦਾ ਹੋ ਗਿਆ, ਸਿਟੀਜ਼ਨਸ਼ਿਪ ਵਗੈਰਾ ਹੋ ਗਏ। ਉਹ ਆਪਣੇ ਆਰਟੀਕਲ ਸੀਗੇ ਜਿਹੜੇ ਬਾਕੀ ਸੰਵਿਧਾਨ ਦੇ ਲਾਗੂ ਹੋਣ ਤੋਂ ਜਿਹੜੇ ਪਹਿਲਾਂ ਹੀ ਉਹ ਕੀ ਕਰਤੇ ਸੀਗੇ? ਇੰਪਲੀਮੈਂਟ ਕਰਤੇ ਸੀਗੇ, ਕਲੀਅਰ ਆ। ਬਾਕੀ ਜੇ ਆਪਾਂ ਦੇਖੀਏ ਮੇਕਿੰਗ ਆਫ ਕੌਂਸਟੀਟਿਊਸ਼ਨ 'ਚ ਡਾਕਟਰ ਰਜਿੰਦਰ ਪ੍ਰਸਾਦ, ਤਾਂ ਮਤਲਬ ਇਹਨਾਂ ਦੇ ਬਾਰੇ ਜਿੰਨੇ ਪੁਆਇੰਟ ਸੀਗੇ ਉਹ ਆਪਾਂ ਇੱਥੇ ਗੱਲ ਕਰ ਲਈ, ਕੌਂਸਟੀਟਿਊਐਂਟ ਅਤੇ ਅਸੈਂਬਲੀ ਦੇ ਬਾਰੇ, ਕਲੀਅਰ ਆ।
ਤੇ ਜਿੰਨੇ ਇਹਨਾਂ ਦੇ ਬਾਰੇ ਪੁਆਇੰਟ ਸੀ ਤੁਸੀਂ ਨਾਲ ਦੀ ਨਾਲ ਨੋਟ ਕਰੀ ਜਾਣੇ ਆ। ਤੇ ਆਪਾਂ ਕਨਸਟੀਟਿਊਐਂਟ ਅਸੈਂਬਲੀ ਦਾ ਮਤਲਬ ਇੱਕ ਤਰ੍ਹਾਂ ਨਾਲ ਜਿੰਨਾ ਕੁਛ ਹੈ ਸੀ ਆਪਾਂ ਤੁਹਾਡੇ ਸਾਹਮਣੇ ਰੱਖਤਾ। ਤਾਂ ਇਹ ਤੋਂ ਬਾਅਦ ਦੇਖੋ ਹਾਊ ਮੈਨੀ ਵੂਮਨ ਮੈਂਬਰਸ ਵਰ ਦੇਅਰ ਇਨ ਦਾ ਇੰਡੀਅਨ ਕਨਸਟੀਟਿਊਐਂਟ ਅਸੈਂਬਲੀ। ਤਾਂ ਇਹਦੇ ਵਿੱਚ ਕਿੰਨੀਆਂ ਸੀਗੀਆਂ ਵੂਮਨ ਸੀਗੀਆਂ ਜਿਹੜੀਆਂ, ਤੇ ਉਹ ਸੀਗੀਆਂ ਹੁਣ 15 ਦੇ 15 ਦੇ ਨਾਮ ਤਾਂ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈਗੀ। ਤਾਂ ਤੁਸੀਂ ਇਹਦੇ ਵਿੱਚ ਜਿਹੜੇ ਆਪਣੇ ਮਤਲਬ ਕਿ ਇੱਕ ਇੰਪੋਰਟੈਂਟ ਜਿਹਾ ਨੇਮ ਆ ਉਹ ਤੁਸੀਂ ਯਾਦ ਰੱਖਿਓ ਵੀ ਜਿਹੜੇ ਸਰੋਜਨੀ ਨਾਇਡੂ ਸੀਗੇ, ਠੀਕ ਆ। ਤਾਂ ਸਰੋਜਨੀ ਨਾਇਡੂ ਵੀ ਇਹਦੇ 'ਚ ਸ਼ਾਮਲ ਸੀਗੇ ਵੀ ਜਿਹੜੇ ਆਪਣਾ ਮਤਲਬ ਕਿ 15 ਸੀਗੇ। ਕਲੀਅਰ ਆ। ਅੱਗੇ ਦੇਖੋ ਅਗਲਾ ਕੁਐਸਚਨ, ਇਨ ਇੰਡੀਅਨ ਪੋਲੀਟੀਕਲ ਸਿਸਟਮ ਵਿਚ ਵਨ ਇਜ਼ ਸੁਪਰੀਮ। ਤਾਂ ਆਪਣੇ ਸੁਪਰੀਮ ਕੀ ਆ, ਕੌਨਸਟੀਟਿਊਸ਼ਨ ਆ, ਠੀਕ ਆ। ਤਾਂ ਆਪਣੇ ਕੀ ਆ, ਕੌਨਸਟੀਟਿਊਸ਼ਨ ਆ। ਤੇ ਆਪਣਾ ਜਿਹੜਾ ਕੌਨਸਟੀਟਿਊਸ਼ਨ ਆ ਦੁਨੀਆ ਦਾ ਸਭ ਤੋਂ ਲਾਰਜੈਸਟ ਆ ਔਰ ਰਿਟਨ ਆ। ਤੇ ਰਿਟਨ ਤਾਂ ਚਲੋ ਹੈ ਹੀ ਹਨ, ਮਤਲਬ ਕਿ ਬਾਕੀ ਇੱਕ ਉਹ ਵੀ ਕੌਨਸਟੀਟਿਊਸ਼ਨ ਹੁੰਦੇ ਆ ਜਿੱਥੇ ਮਤਲਬ ਕਿ ਲੋਕ ਰਾਜਿਆਂ ਦੁਆਰਾ ਬੋਲਿਆ ਹੋਇਆ ਚੀਜ਼ ਆ ਜਿਹੜੀ ਉਹੀ ਉਹਨਾਂ ਦਾ ਮਤਲਬ ਕਿ ਰੂਲ ਵਗੈਰਾ ਸਾਰੇ ਉਹਨਾਂ ਦੇ ਲਈ ਉਹੀ ਬਣਦੀ ਆ। ਕਲੀਅਰ ਆ। ਤਾਂ ਆਪਣੇ ਕੀ ਆ, ਕੌਨਸਟੀਟਿਊਸ਼ਨ ਆ। ਤੇ ਆਪਣੇ ਕੌਨਸਟੀਟਿਊਸ਼ਨ ਦਾ ਸੋਰਸ ਕੀ ਆ, ਤੇ ਵੈਸੇ ਤਾਂ ਆਪਾਂ ਜੇ ਦੇਖੀਏ ਵੀ ਜਿਹੜਾ ਸੰਵਿਧਾਨ ਦਾ 60% ਆਪਣਾ ਜਿਹੜਾ ਸੋਰਸ ਆ ਉਹ ਹੈਗਾ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ 1935, ਠੀਕ ਆ। ਤਾਂ ਮਤਲਬ 60% ਤਾਂ ਅਸੀਂ ਇਹਦੇ 'ਚੋਂ ਅਡੋਪਟ ਕੀਤੀਆਂ ਨੇ ਚੀਜ਼ਾਂ, ਤਾਂ ਕਰਕੇ ਅਸੀਂ ਇਸੇ ਨੂੰ ਕੀ ਕਹਿੰਦੇ ਆ, ਬਲੂ ਪ੍ਰਿੰਟ ਆਫ ਇੰਡੀਅਨ ਕੌਨਸਟੀਟਿਊਸ਼ਨ, ਠੀਕ ਆ। ਤਾਂ ਆਪਣੇ ਕੌਨਸਟੀਟਿਊਸ਼ਨ ਦਾ ਬਲੂ ਪ੍ਰਿੰਟ ਅਸੀਂ ਕਿਹਨੂੰ ਕਹਿੰਦੇ ਆ, ਗਵਰਨਮੈਂਟ ਆਫ ਇੰਡੀਆ ਐਕਟ 1935, ਕਿਉਂਕਿ ਅਸੀਂ 60% ਤਾਂ ਇਹਦੇ 'ਚੋਂ ਹੀ ਚੀਜ਼ਾਂ ਨੇ ਜਿਹੜੀਆਂ ਉਹ ਕਵਰ ਕਰ ਚੁੱਕੇ ਹਾਂ, ਮਤਲਬ ਕਿ ਇਹਦੇ 'ਚੋਂ ਲਈਆਂ। ਬਾਕੀ ਹੁਣ ਆਪਾਂ ਸਾਰੇ ਦੇਸ਼ਾਂ ਤੋਂ ਕੁਛ, ਆਸਟ੍ਰੇਲੀਆ ਤੋਂ ਕੁਛ ਅਡੋਪਟ ਕੀਤਾ, USA ਤੋਂ ਕੁਛ ਲਿਆ, ਆਇਰਲੈਂਡ ਤੋਂ ਕੁਛ ਲਿਆ, ਫਰਾਂਸ, ਤਾਂ ਮਤਲਬ ਸਭੀ ਕੰਟਰੀਆਂ ਤੋਂ ਆਪਾਂ ਕੁਛ ਨਾ ਕੁਛ ਲਿਆ। ਤਾਂ ਕਰਕੇ ਆਪਣਾ ਜਿਹੜਾ ਸੰਵਿਧਾਨ ਆ ਉਹ ਜ਼ਿਆਦਾ ਲਾਰਜੈਸਟ ਆ ਸਾਰਿਆਂ ਨਾਲੋਂ, ਔਰ ਉਹ ਜ਼ਿਆਦਾ ਡਿਟੇਲ ਦੇ ਵਿੱਚ ਆ, ਤਾਂ ਹੀ ਉਹ ਸਭ ਤੋਂ ਸਾਈਜ਼ ਦੇ ਵਿੱਚ ਵੀ ਜ਼ਿਆਦਾ ਵੱਡਾ ਹੋ ਜਾਂਦਾ। ਕਲੀਅਰ ਆ, ਬਲਕੀ ਬਣ ਜਾਂਦਾ ਬਾਕੀਆਂ ਦੇ ਮੁਕਾਬਲੇ। ਅੱਗੇ ਦੇਖੋ, ਆਈਡੀਆ ਆਫ ਫੰਡਾਮੈਂਟਲ ਰਾਈਟਸ ਇਜ਼ ਅਡੋਪਟਡ ਫਰੋਮ ਦਾ ਕੌਨਸਟੀਟਿਊਸ਼ਨ ਆਫ। ਤਾਂ ਮਤਲਬ ਜਿਹੜੇ ਫੰਡਾਮੈਂਟਲ ਰਾਈਟ ਨੇ ਸਾਡੇ ਮੌਲਿਕ ਅਧਿਕਾਰ ਨੇ ਉਹ ਅਸੀਂ ਕਿੱਥੋਂ ਲਏ ਨੇ, USA ਯਾਨੀ ਕਿ ਅਮਰੀਕਾ ਤੋਂ ਲਏ ਨੇ। ਫੰਡਾਮੈਂਟਲ ਰਾਈਟ ਅਸੀਂ ਕਿੱਥੋਂ ਲਏ ਨੇ, ਇਹਦਾ ਸੋਰਸ ਕੀ ਆ, USA। ਔਰ ਆਪਣੇ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਨੇ ਇਹ, ਤੀਸਰੇ ਪਾਰਟ ਦੇ ਵਿੱਚ ਨੇ। ਤਾਂ ਤੀਸਰੇ ਦੀ ਗੱਲ ਕਰੀਏ ਤਾਂ ਪਹਿਲੇ ਦੀ ਵੀ ਕਰ ਲੈਂਦੇ ਆ। ਤਾਂ ਪਹਿਲੇ ਦੇ ਵਿੱਚ ਕੀ ਆ ਸਾਡੇ, ਯੂਨੀਅਨ ਐਂਡ ਟੈਰੀਟਰੀ ਆ। ਦੂਸਰੇ ਦੇ ਵਿੱਚ ਸਿਟੀਜ਼ਨਸ਼ਿਪ ਆ। ਤੀਸਰੇ ਦੇ ਵਿੱਚ ਸਾਡੇ ਕੀ ਨੇ, ਫੰਡਾਮੈਂਟਲ ਰਾਈਟਸ ਨੇ। ਅੱਗੇ ਆਰਟੀਕਲ ਕਿੰਨੇ ਆ ਇਹਦੇ 'ਚ, 12 ਤੋਂ ਲੈ ਕੇ 35 ਤੱਕ ਸਾਡੇ ਆਰਟੀਕਲ ਨੇ। 12 ਤੋਂ ਲੈ ਕੇ ਸਾਡੇ 35 ਤੱਕ ਕੀ ਨੇ ਇਹਦੇ 'ਚ, ਤੇ ਆਰਟੀਕਲ ਨੇ। ਤੇ ਸਾਨੂੰ ਕਿੰਨੇ ਤਰ੍ਹਾਂ ਦੇ ਹੁਣ ਮੌਲਿਕ ਅਧਿਕਾਰ ਨੇ, ਜਦੋਂ ਆਪਾਂ ਸਟਾਰਟਿੰਗ ਦੇ ਵਿੱਚ 7 ਸੀਗੇ, ਬਟ ਹੁਣ ਸਾਡੇ ਕੋਲ ਕਿੰਨੇ ਨੇ, 6 ਨੇ। ਤੇ ਪਹਿਲਾ ਕਿਹੜਾ ਗਾ, ਰਾਈਟ ਟੂ ਇਕੁਅਲਟੀ, ਠੀਕ ਆ। ਇਹਦੇ 'ਚ ਕਿੰਨੇ ਆਰਟੀਕਲ ਨੇ ਸਾਡੇ, 14 ਤੋਂ 18। ਤੇ ਫਿਰ ਇਹ ਦੂਆ ਸਾਡਾ ਕਾਹਦਾ ਗਾ, ਫਰੀਡਮ ਦਾ। ਫਰੀਡਮ ਦੇ ਵਿੱਚ ਕੀ ਹੈ ਸਾਨੂੰ 19 ਤੋਂ 22। ਤੇ ਫਿਰ ਇਹ ਦੂਆ ਸਾਡਾ ਹੈਗਾ ਅਗੇਂਸਟ ਐਕਸਪਲੋਟੇਸ਼ਨ। ਤੇ ਇਹਦੇ 'ਚ ਸਾਡੇ ਕਿੰਨੇ ਨੇ, 23 ਤੇ 24। ਤੇ ਇਹ ਦੂਆ 'ਚ ਸਾਡਾ ਮਤਲਬ ਕਿ ਧਰਮ ਦੇ ਨਾਲ ਜਿਹੜਾ ਸੰਬੰਧਿਤ ਆ, ਠੀਕ ਆ, ਧਰਮ ਦੀ ਆਜ਼ਾਦੀ ਆ ਸਾਰਿਆਂ ਨੂੰ, ਉਹ ਹੈਗੇ ਨੇ ਸਾਡੇ 25 ਤੋਂ ਲੈ ਕੇ 28 ਤੱਕ। ਤੇ ਫਿਰ ਇਹ ਦੂਆ 'ਚ ਹੈਗਾ ਜਿਹੜਾ ਸਾਡਾ ਕਲਚਰ, ਮਤਲਬ ਕਲਚਰ ਐਜੂਕੇਸ਼ਨ ਦੇ ਲਈ, ਉਹ ਸਾਡੇ ਹੈਗੇ ਨੇ ਆਰਟੀਕਲ 29 ਐਂਡ 30, ਠੀਕ ਆ। ਤਾਂ ਇਹ ਇਸ ਤੋਂ ਬਾਅਦ ਦੇਖੋ ਇੱਕ ਸਾਡਾ ਸਭ ਤੋਂ ਜਿਹੜਾ ਇਹਦਾ ਮੇਨ ਆ ਉਹ ਹੈਗਾ ਸਾਡੇ ਕੋਲੇ ਕੌਨਸਟੀਟਿਊਸ਼ਨਲ ਰੈਮਡੀਜ਼, ਠੀਕ ਆ। ਕੌਨਸਟੀਟਿਊਸ਼ਨਲ ਰੈਮਡੀਜ਼ ਇਹ ਕਿੰਨਾ, ਆਰਟੀਕਲ 32। ਇਹ ਮਤਲਬ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਡਾਕਟਰ BR ਅੰਬੇਦਕਰ ਜੀ ਨੇ ਜਿਹੜੇ ਆਪਣੇ ਸੰਵਿਧਾਨ ਦੀ ਆਤਮਾ ਤੇ ਜਾਨ ਹਿਰਦੇ ਕਿਹਾ, ਉਹ ਆਰਟੀਕਲ 32 ਨੂੰ ਕਿਹਾ। ਕਿਉਂ ਕਿਹਾ, ਕਿਉਂਕਿ ਉਹ ਕਹਿੰਦੇ ਨੇ ਵੀ ਕਿਸੇ ਵੀ ਫੰਡਾਮੈਂਟਲ ਰਾਈਟ ਦਾ ਜੇ ਆਪਣਾ ਕੋਈ ਹਨਨ ਹੁੰਦਾ ਤਾਂ ਬਾਕੀ ਸਾਰੇ ਕੇਸਾਂ ਦਾ ਪ੍ਰੋਸੈਸ ਕੀ ਹੁੰਦਾ, ਉਹ ਪਹਿਲਾਂ ਡਿਸਟ੍ਰਿਕਟ ਕੋਰਟ 'ਚ ਜਾਂਦੇ ਆ, ਫਿਰ ਹਾਈ ਕੋਰਟ 'ਚ ਜਾਂਦੇ ਆ, ਦੈਨ ਸੁਪਰੀਮ ਕੋਰਟ 'ਚ ਜਾਂਦੇ ਆ ਪ੍ਰੋਸੀਜਰ ਦੇ ਅਕੋਰਡਿੰਗਲੀ, ਠੀਕ ਆ। ਪਰ ਜਿਹੜੇ ਫੰਡਾਮੈਂਟਲ ਰਾਈਟ ਨੇ ਉਹਨਾਂ ਨੂੰ ਅਸੀਂ ਲੈ ਕੇ ਡਾਇਰੈਕਟਲੀ ਕਿੱਥੇ ਜਾ ਸਕਦੇ ਹਾਂ, ਸਿੱਧਾ ਸੁਪਰੀਮ ਕੋਰਟ ਵੀ ਜਾ ਸਕਦੇ ਹਾਂ ਔਰ ਡਾਇਰੈਕਟ ਹਾਈ ਕੋਰਟ ਦੇ ਵਿੱਚ ਵੀ ਜਾ ਸਕਦੇ ਹਾਂ। ਕਲੀਅਰ ਆ। ਤੇ ਜੇ ਆਰਟੀਕਲ 32 ਦੇ ਅਕੋਰਡਿੰਗਲੀ ਜਾਣਾ ਤਾਂ ਸਿੱਧਾ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ। ਤਾਂ ਇਹ ਤੁਹਾਡੇ ਲਈ ਕੁਐਸਚਨ ਆ, ਤੁਸੀਂ ਦੱਸਣਾ ਵੀ ਜੇ ਅਗਰ ਅਸੀਂ ਹਾਈ ਕੋਰਟ ਦੇ ਵਿੱਚ ਜਾਣਾ ਤਾਂ ਅਸੀਂ ਕਿਹੜੇ ਆਰਟੀਕਲ ਦੇ ਥਰੂ ਆਪਣੇ ਫੰਡਾਮੈਂਟਲ ਰਾਈਟ ਦੇ ਹਨਨ ਨੂੰ ਲੈ ਕੇ ਡਾਇਰੈਕਟ ਅਪੀਲ ਜਾਂ ਆਪਣੀ ਸ਼ਿਕਾਇਤ ਆ ਜਿਹੜੀ ਉਹ ਕਰ ਸਕਦੇ ਹਾਂ। ਕਲੀਅਰ ਆ। ਤੇ ਇਹ ਤਾਂ ਆਪਣਾ ਹੋ ਗਿਆ ਫੰਡਾਮੈਂਟਲ ਰਾਈਟਸ ਦੇ ਬਾਰੇ। ਤਾਂ ਇਹਦਾ ਸੋਰਸ ਤੁਹਾਨੂੰ ਪਤਾ ਲੱਗ ਗਿਆ, USA। ਅਕਸਰ ਇਹਦਾ ਸੋਰਸ ਪੁੱਛਿਆ ਜਾਂਦਾ, ਪਾਰਟ ਪੁੱਛੇ ਜਾਂਦੇ ਆ, ਔਰ ਆਰਟੀਕਲ 12 ਤੋਂ 35। ਤੇ ਜਿਹੜਾ ਇਹਦੇ 'ਚ ਆਪਣਾ ਇੱਕ ਆਰਟੀਕਲ ਸੀਗਾ ਆਪਣਾ ਰਾਈਟ ਸੀਗਾ, ਰਾਈਟ ਟੂ ਪ੍ਰੋਪਰਟੀ, ਉਹਦੇ ਬਾਰੇ ਅੱਗੇ ਆਪਾਂ ਗੱਲ ਕਰਦੇ ਹਾਂ। ਰਾਈਟ ਟੂ ਪ੍ਰੋਪਰਟੀ ਇਹਨੂੰ, ਠੀਕ ਹੈ, ਇਹ ਤੋਂ ਬਾਅਦ 'ਚ ਕੀ ਕਰਤਾ, ਲੀਗਲ ਰਾਈਟ। ਇਹ ਕੁਐਸਚਨ ਵੀ ਹੈਗਾ ਅੱਗੇ, ਤਾਂ ਲੀਗਲ ਰਾਈਟ ਬਣਾਤਾ ਸੀ, ਪਹਿਲਾਂ ਇਹ ਫੰਡਾਮੈਂਟਲ ਰਾਈਟ ਹੁੰਦਾ ਸੀ। ਕਲੀਅਰ ਆ। ਅੱਗੇ ਦੇਖੋ, ਟੋਟਲ ਨੰਬਰ ਆਫ ਸ਼ਡਿਊਲ ਇਨ ਦਾ ਕੌਨਸਟੀਟਿਊਸ਼ਨ
ਮੈਂ ਤੁਹਾਨੂੰ ਜਦੋਂ ਪਹਿਲੀ ਕਨਸਟੀਟਿਊਸ਼ਨ ਦੇ ਬਾਰੇ ਦੱਸਿਆ ਸੀ ਵੀ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ 22 ਪਾਰਟ ਸੀਗੇ, 395 ਆਰਟੀਕਲ ਸੀ ਔਰ ਜਿਹੜੇ ਸ਼ਡਿਊਲ ਸੀ ਉਹ 8 ਸੀ। ਤਾਂ ਠੀਕ ਆ, ਇੱਥੇ ਕੁਐਸਚਨ ਦੇ ਵਿੱਚ ਮਤਲਬ ਜਦੋਂ ਦਾ ਕੁਐਸਚਨ ਆਇਆ ਉਦੋਂ ਆਪਣੇ ਜਿਹੜੇ 12 ਉਹ ਬਣ ਚੁੱਕੇ ਸੀ। ਇਹ ਆਲਰੇਡੀ ਐਗਜ਼ਾਮ ਦਾ ਕੁਐਸਚਨ ਹੈ, ਜਿਹੜੇ ਵੀ ਕੁਐਸਚਨ ਤੁਸੀਂ ਦੇਖ ਰਹੇ ਹੋ ਇਹ ਪਹਿਲਾਂ ਆਏ ਹੋਏ ਕੁਐਸਚਨ ਨੇ। ਠੀਕ ਆ, ਜਦੋਂ ਇਹ ਕੁਐਸਚਨ ਪੁੱਛਿਆ ਗਿਆ ਸੀ ਤਾਂ ਉਦੋਂ ਕਿੰਨੇ ਸੀਗੇ, 12 ਸੀਗੇ। ਤੇ ਜੇ ਤੁਹਾਨੂੰ ਮਤਲਬ ਇੱਥੇ ਹੁੰਦਾ ਟੋਟਲ ਨੰਬਰ ਆਫ ਓਰੀਜਨਲ ਸ਼ਡਿਊਲ ਮਤਲਬ ਕਿ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਸੀਗੇ ਆਪਣੇ, ਤਾਂ ਇਨ ਦਾ ਓਰੀਜਨਲ ਕਨਸਟੀਟਿਊਸ਼ਨ ਤਾਂ ਕਿੰਨੇ ਸੀ, ਉਦੋਂ ਤੁਸੀਂ ਲਾਉਣੇ ਸੀ 8। ਤਾਂ ਠੀਕ ਆ, ਮਤਲਬ ਹੁਣ ਆਪਾਂ ਇਹਨਾਂ ਦੇ ਬਾਰੇ ਗੱਲ ਕਰ ਲੈਂਦੇ ਹਾਂ ਸਾਰੇ ਸ਼ਡਿਊਲ ਦੇ ਬਾਰੇ। ਠੀਕ ਆ, ਤਾਂ ਮਤਲਬ ਆਪਣੇ ਹੁਣ ਕਿੰਨੇ ਨੇ, 12 ਨੇ। ਤਾਂ ਇਹਦੇ ਵਿੱਚ ਦੇਖੋ ਆਪਣੇ ਜਦੋਂ ਪਹਿਲਾਂ ਇਹ 8 ਸੀਗੇ ਤਾਂ ਜਿਹੜਾ ਪਹਿਲਾ ਸ਼ਡਿਊਲ ਸੀਗਾ ਉਹਦੇ 'ਚ ਮਤਲਬ ਕੀ ਸੀਗਾ, ਸਟੇਟ ਤੇ ਯੂਟੀ ਦੇ ਬਾਰੇ, ਮਤਲਬ ਕਿ ਇਹਨਾਂ ਦੇ ਨਾਮ ਵਗੈਰਾ ਸੀਗੇ ਜਿਹੜੇ ਉਹ ਇਹਦੇ 'ਚ ਸੀਗੇ। ਠੀਕ ਆ, ਪਹਿਲਾ ਸਟੇਟ ਤੇ ਯੂਟੀ ਦੇ ਬਾਰੇ ਸੀ। ਤੇ ਜਿਹੜਾ ਦੂਸਰਾ ਸੀਗਾ ਉਹਦੇ 'ਚ ਆਪਣੇ ਕੋਲੇ ਕੀ ਸੀਗਾ, ਸੈਲਰੀ ਅਲੋਵੈਂਸ ਯਾਨੀ ਕਿ ਭੱਤੇ ਵਗੈਰਾ, ਤੇ ਫਿਰ ਪੈਨਸ਼ਨ, ਇਹਨਾਂ ਦੇ ਬਾਰੇ ਆ। ਤਾਂ ਹੁਣ ਦੇਖੋ ਇਹਦੇ 'ਚ ਜਿਹੜਾ ਇਹਨਾਂ ਨੇ ਦੱਸਿਆ ਤਾਂ ਮਤਲਬ ਇਹ ਕਿਹਦੀ ਹੁੰਦੀ ਆ, ਤਾਂ ਇਹ ਜੇ P52 ਮਤਲਬ ਆ ਦੇਖੋ P ਦੇ ਪ੍ਰੈਜ਼ੀਡੈਂਟ ਆ, 52 ਲਿਖਿਆ ਕਰੋ ਇੱਥੇ ਤਾਂ ਜੋ ਤੁਹਾਨੂੰ ਆਰਟੀਕਲ ਇਹਦਾ ਰਟ ਜੇ। P52 ਦਾ ਮਤਲਬ ਪ੍ਰੈਜ਼ੀਡੈਂਟ, ਆਰਟੀਕਲ 52 ਕਲੀਅਰ ਆ। ਤਾਂ P52 ਮਤਲਬ ਰਾਸ਼ਟਰਪਤੀ ਦੀ, ਗਵਰਨਰ ਦੀ, ਸਪੀਕਰ ਦੀ, ਡਿਪਟੀ ਸਪੀਕਰ। ਠੀਕ ਆ, ਇਹਨਾਂ ਦੀ ਜਿਹੜੀ ਸੈਲਰੀ ਇਹਦੇ 'ਚ ਲਿਖੀ ਗਈ ਆ। ਤੇ ਲੋਕ ਸਭਾ ਸਪੀਕਰ ਚਾਹੇ ਡਿਪਟੀ ਸਪੀਕਰ ਲੋਕ ਸਭਾ ਦਾ ਚਾਹੇ ਲੋਕ ਅਸੈਂਬਲੀ ਦਾ, ਇਹਨਾਂ ਦੇ ਮਤਲਬ ਕਿ ਆ ਗਏ। ਠੀਕ ਆ, ਚੇਅਰਮੈਨ ਤੇ ਡਿਪਟੀ ਚੇਅਰਮੈਨ ਰਾਜ ਸਭਾ ਤੇ ਲੈਜਿਸਲੇਟਿਵ ਕਾਉਂਸਲ ਜਿਹੜੇ ਸਟੇਟਸ ਦੇ ਵਿੱਚ ਹੈਗੀ ਆ, ਤੇ ਕੈਗ ਕੰਟਰੋਲਰ ਆਡੀਟਰ ਜਨਰਲ, ਤੇ ਆਲ ਜੱਜਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਕਲੀਅਰ ਆ। ਤੇ ਤੀਸਰੀ ਸ਼ਡਿਊਲ ਦੇ ਵਿੱਚ ਕੀ ਆ, ਇਹਦੇ 'ਚ ਆ ਜਾਂਦੀਆਂ ਨੇ ਇਹਨਾਂ ਦੀਆਂ ਓਥਸ ਮਤਲਬ ਕਿ ਸਹੁੰ ਖਵਾਉਂਦੇ ਆ ਨਾ ਇਹਨਾਂ ਨੂੰ। ਤਾਂ ਮਤਲਬ ਕਿਹਦੀ ਸਹੁੰ ਖਵਾਉਂਦੇ ਆ ਇਹਦੇ 'ਚ, ਆਲ ਮਿਨਿਸਟਰ ਜੋ ਕੇਂਦਰ ਸਰਕਾਰ ਦੇ ਸਾਰੇ ਹੀ ਆ ਜਾਂਦੇ ਇਹਦੇ 'ਚ ਕਲੀਅਰ ਆ। ਮੈਂਬਰ ਲੋਕ ਸਭਾ ਤੇ ਰਾਜ ਸਭਾ ਦੇ ਆ ਗਏ। ਠੀਕ ਆ, ਸੁਪਰੀਮ ਕੋਰਟ ਦੇ ਸਾਰੇ ਜੱਜ, ਕੈਗ ਤੇ ਸਾਰੇ ਮੰਤਰੀ ਸਟੇਟ ਗਵਰਨਮੈਂਟ ਦੇ। ਠੀਕ ਆ, ਤੇ ਲੈਜਿਸਲੇਟਿਵ ਅਸੈਂਬਲੀ ਤੇ ਲੈਜਿਸਲੇਟਿਵ ਕਾਉਂਸਲ ਤੇ ਇਹਨਾਂ ਦੇ ਵੀ ਸਾਰੇ ਮੈਂਬਰ, ਤੇ ਹਾਈ ਕੋਰਟ ਦੇ ਸਾਰੇ ਜੱਜ। ਠੀਕ ਆ, ਇਹਨਾਂ ਦੀ ਸਾਰਿਆਂ ਦੀ ਓਥ ਕਿਹਦੇ 'ਚ ਆ, ਮਤਲਬ ਓਥ ਦੇ ਬਾਰੇ ਇਹਦੇ 'ਚ ਮੈਂਸ਼ਨ ਆ। ਤੇ ਇਹ ਤੋਂ ਜਿਹੜਾ ਚੌਥਾ ਹੈਗਾ ਉਹ ਕਰਦਾ ਗਾ ਰਾਜ ਸਭਾ ਦੀਆਂ ਸੀਟਾਂ ਦੀ ਵੰਡ। ਕੀ ਕਰਦਾ ਇਹ, ਐਲੋਕੇਸ਼ਨ ਆਫ ਦਾ ਸੀਟਸ ਆਫ ਰਾਜ ਸਭਾ। ਤੇ ਜਿਹੜਾ ਪੰਜਵਾਂ ਗਾ ਇਹ ਸ਼ਡਿਊਲ ਏਰੀਆ, ਇਹ ਕਿਹਨਾਂ ਲਈ ਕਰਦਾ, ਸ਼ਡਿਊਲ ਏਰੀਆ ਦੇ ਲਈ ਕਰਦਾ। ਆਰਟੀਕਲ 244 1 ਕਲੀਅਰ ਆ। ਤੇ ਇਹਦੂਆ 'ਚ ਜਿਹੜਾ ਸੇਮਾ ਸ਼ਡਿਊਲ ਆ, ਤੇ ਇਹ ਮਤਲਬ ਕਿ ਪਹਿਲਾਂ ਪਟਵਾਰੀ ਤੇ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਵੀ ਆਇਆ ਹੋਇਆ ਸੀ ਕੁਐਸਚਨ, ਤੇ ਕਾਫੀ ਸਿਫਟਾਂ ਦੇ ਵਿੱਚ ਪੁੱਛੇ ਗਏ ਸੀ ਵੀ ਸ਼ਡਿਊਲ ਏਰੀਆ ਦੇ ਲਈ ਕਿਹੜਾ ਸ਼ਡਿਊਲ ਆ, ਤੇ ਸ਼ਡਿਊਲ ਟਰਾਈਬ ਦੇ ਲਈ ਤੇ ਕਿਹੜਾ ਗਾ। ਠੀਕ ਆ, ਜਾਂ ਟਰਾਈਬਲ ਏਰੀਆ ਦੇ ਲਈ ਤਾਂ ਸ਼ਡਿਊਲ ਟਰਾਈਬ ਦੇ ਲਈ ਕਿਹੜਾ ਗਾ ਸਾਡੇ ਕੋਲੇ, ਸ਼ਡਿਊਲ 5ਵਾਂ। ਤੇ ਸੇਮਾ ਗਾ ਉਹ ਟਰਾਈਬਲ ਏਰੀਆ ਲਈ ਆ। ਇਹ ਕਿਹੜੇ ਲਈ ਆ, ਇਹ ਟਰਾਈਬਲ ਏਰੀਆ ਦੇ ਲਈ ਆ ਕਲੀਅਰ ਆ। ਤਾਂ ਇਹ ਆਪਣੇ ਕੋਲੇ 244 ਦਾ ਦੂਸਰਾ ਆਰਟੀਕਲ ਆ ਕਲੀਅਰ ਆ। ਤੇ ਮਤਲਬ ਇਹਦੇ 'ਚ ਕਿਹੜੀਆਂ ਸਟੇਟ ਨੇ ਸਾਡੇ ਕੋਲੇ, ਅਸਾਮ, ਮੇਘਾਲਿਆ, ਤ੍ਰਿਪੁਰਾ ਔਰ ਮਿਜ਼ੋਰਮ। ਇਹਨੂੰ ਤੁਸੀਂ ਯਾਦ ਰੱਖਣ ਲਈ MATM ਮਾਤਮ ਕਰਕੇ ਵੀ ਯਾਦ ਕਰ ਸਕਦੇ ਹੋ। ਠੀਕ ਆ, ਮੇਘਾਲਿਆ, ਮਿਜ਼ੋਰਮ, ਅਸਾਮ ਔਰ ਤ੍ਰਿਪੁਰਾ। ਤਾਂ ਇਹ ਹੋ ਗਏ 6। ਤਾਂ ਹੁਣ ਅਗਲਾ ਦੇਖੋ 7ਵੇਂ ਦੀ। ਤਾਂ ਇਹਦੇ 'ਚ ਕੀ ਨੇ ਸਾਡੇ ਕੋਲੇ, ਇਹਦੇ 'ਚ ਨੇ ਸਾਡੇ ਕੋਲੇ ਲਿਸਟਸ। 7ਵੇਂ ਸ਼ਡਿਊਲ 'ਚ ਕੀ ਸਾਡੇ ਕੋਲੇ ਲਿਸਟਾਂ ਨੇ, ਕਿੰਨੀਆਂ ਨੇ, 3। ਇੱਕ ਕਿਹੜੀ ਆ, ਯੂਨੀਅਨ, ਫਿਰ ਹੈਗੀ ਆ ਸਟੇਟ, ਫਿਰ ਹੈਗੀ ਆ ਕੌਨਕਰੰਟ। ਇਹਦੇ 'ਚ ਜਿਹੜੇ ਮੁੱਦੇ ਨੇ ਉਹਨਾਂ 'ਤੇ ਕੇਂਦਰ ਸਰਕਾਰ ਬਣਾਊਗੀ, ਇਹਦੇ 'ਤੇ ਸਟੇਟ ਸਰਕਾਰ ਬਣਾਊਗੀ, ਇਹਦੇ 'ਤੇ ਯੂਨੀਅਨ ਪਲੱਸ ਸਟੇਟ ਦੋਨੇ ਬਣਾ ਸਕਦੇ ਨੇ। ਠੀਕ ਆ, ਤੇ ਉਦੋਂ ਮਤਲਬ ਹੁਣ ਇਹਦੇ 'ਚ ਤਕਰੀਬਨ 100 ਸਬਜੈਕਟ ਨੇ, ਇਹਦੇ 'ਚ 61 ਸਬਜੈਕਟ ਨੇ, ਇਹਦੇ 'ਚ 52 ਸਬਜੈਕਟ ਨੇ। ਮਤਲਬ ਜੇ ਇਹਨਾਂ ਦੇ ਵਿੱਚ ਕੋਈ ਕੰਟਰਾਡਿਕਸ਼ਨ ਹੁੰਦੀ ਵੀ ਆ ਤਾਂ ਫਿਰ ਮਤਲਬ ਕਿ ਜਿਹੜਾ ਯੂਨੀਅਨ ਗਵਰਨਮੈਂਟ ਵਾਲਾ ਉਹ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ, ਉਹ ਅੱਗੇ ਰੱਖਿਆ ਜਾਂਦਾ। ਜੇ ਆਪਾਂ ਗੱਲ ਕਰੀਏ ਵੀ ਜਦੋਂ ਇਹ ਸ਼ੁਰੂ ਹੋਈਆਂ ਸੀਗੀਆਂ ਜਮਾਂ ਸਟਾਰਟਿੰਗ ਦੇ ਵਿੱਚ, ਤਾਂ ਉਦੋਂ ਜਿਹੜਾ ਆਪਣੇ ਕੋਲੇ ਯੂਨੀਅਨ ਵਾਲੇ 'ਚ ਸੀਗੇ 97 ਔਰ ਸਟੇਟ ਵਾਲੇ 'ਚ ਸੀਗੇ 66 ਔਰ ਜਿਹੜੇ ਸੀ ਕਿ ਕੌਨਕਰੰਟ ਲਿਸਟ 'ਚ ਉਹ ਸੀਗੇ 47। ਠੀਕ ਆ, ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਦੇਖੋ
ਘੱਟ ਵੱਧ ਕਰਤਾ ਸੀਗਾ। ਫਿਰ ਇਹ ਤੋਂ ਬਾਅਦ 'ਚ ਜਿਹੜੇ ਯੂਨੀਅਨ ਲਿਸਟ ਨੇ ਉਹਨਾਂ ਦੇ ਵਿੱਚ ਮੇਨ ਜੇ ਕਿਹੜੇ ਹੁੰਦੇ ਨੇ, ਜਿਵੇਂ ਡਿਫੈਂਸ ਹੋ ਗਿਆ, ਫੋਰਨ ਪਾਲਿਸੀ ਹੋ ਗਿਆ, ਰੇਲਵੇ ਹੋ ਗਿਆ, ਸੈਂਸਸ ਹੋ ਗਿਆ, ਸਿਟੀਜ਼ਨਸ਼ਿਪ ਹੋ ਗਿਆ, ਕਰੰਸੀ ਹੋ ਗਿਆ, ਮਾਈਨਸ ਹੋ ਗਈਆਂ, ਕਾਰਪੋਰੇਸ਼ਨ ਟੈਕਸ ਹੋ ਗਏ, ਸ਼ੇਅਰ ਮਾਰਕੀਟ ਹੋ ਗਈ, ਇੰਸ਼ੋਰੈਂਸ ਮਾਰਕੀਟ ਹੋ ਗਈ, ਬੈਂਕਿੰਗ ਹੋ ਗਿਆ, ਠੀਕ ਆ, ਔਰ ਇਨਕਮ ਟੈਕਸ ਹੋ ਗਿਆ, ਵਾਰ ਐਂਡ ਪੀਸ ਹੋ ਗਿਆ, ਪੋਸਟ ਆਫਿਸ ਹੋ ਗਿਆ। ਅਤੇ ਇਹ ਤੋਂ ਬਾਅਦ ਮਤਲਬ ਇਹ ਜਿੰਨੀਆਂ ਚੀਜ਼ਾਂ ਨੇ ਇਹ ਸਾਰੀਆਂ ਕਿਹੜੀ ਲਿਸਟ 'ਚ ਆਉਂਦੀਆਂ ਨੇ, ਯੂਨੀਅਨ ਲਿਸਟ ਦੇ ਵਿੱਚ ਆਉਂਦੀਆਂ ਨੇ। ਅਤੇ ਜਿਹੜੀਆਂ ਇਹ ਤੋਂ ਬਾਅਦ ਆਪਣੇ ਕੋਲ ਸਟੇਟ ਲਿਸਟਾਂ ਨੇ, ਸਟੇਟ ਲਿਸਟ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ, ਜਿਵੇਂ ਕਿ ਲਾਅ ਐਂਡ ਆਰਡਰ ਹੋ ਗਿਆ, ਪਬਲਿਕ ਆਰਡਰ ਹੋ ਗਿਆ, ਲੈਂਡ ਹੋ ਗਿਆ, ਲੈਂਡ ਰੈਵੈਨਿਊ ਹੋ ਗਿਆ, ਐਲਕੋਹਲ ਹੋ ਗਈਆਂ, ਠੀਕ ਆ, ਫਿਸ਼ਰੀ ਹੋ ਗਈ, ਪਬਲਿਕ ਹੈਲਥ ਹੋ ਗਈ, ਐਗਰੀਕਲਚਰ ਹੋ ਗਈ, ਐਨੀਮਲ ਹਸਬੈਂਡਰੀ ਹੋ ਗਈ, ਮਾਰਕੀਟ ਅਤੇ ਫੇਅਰਸ ਹੋ ਗਈਆਂ, ਠੀਕ ਆ, ਬੈਟਿੰਗ ਅਤੇ ਗੈਂਬਲਿੰਗ ਆ, ਜੂਏ ਸੱਟੇ ਵਗੈਰਾ। ਔਰ ਆਪਣਾ ਇਹ ਚੀਜ਼ਾਂ ਨੇ ਜਿਹੜੀਆਂ ਮੇਨ ਜੀਆਂ ਇਹ ਸਟੇਟ ਲਿਸਟ ਦੀਆਂ ਨੇ। ਅਤੇ ਜਿਹੜੀਆਂ ਕੌਨਕਰੈਂਟ ਲਿਸਟ ਦੀਆਂ ਨੇ ਉਹਦੇ 'ਚ ਆ ਜਾਂਦੀਆਂ ਨੇ, ਜਿਵੇਂ ਕਿ ਐਜੂਕੇਸ਼ਨ ਹੋ ਗਿਆ, ਪਾਪੂਲੇਸ਼ਨ ਐਂਡ ਫੈਮਿਲੀ ਪਲਾਨਿੰਗ ਹੋ ਗਈ, ਵੇਟ ਐਂਡ ਮੀਜ਼ਰ ਹੋ ਗਿਆ, ਠੀਕ ਆ, ਫਰੈਸਟ ਹੋ ਗਿਆ। ਤਾਂ ਇਹ ਚੀਜ਼ਾਂ ਨੇ ਮਤਲਬ ਕੌਨਕਰੈਂਟ ਲਿਸਟ ਦੇ ਵਿੱਚ। ਹੈ ਤਾਂ ਹੋਰ ਵੀ ਨੇ, ਮਤਲਬ ਕਿ ਮੇਨ ਜੀਆਂ ਨੇ, ਜਿਵੇਂ ਕਿ IPC ਹੋ ਗਿਆ, CRPC ਹੋ ਗਿਆ, ਨਿਊਜ਼ਪੇਪਰ ਹੋ ਗਿਆ, ਬਿਜਲੀ ਹੋ ਗਿਆ, ਸੋਸ਼ਲ ਐਂਡ ਇਕਨੋਮਿਕ ਪਲਾਨਿੰਗ ਹੋ ਗਈ। ਅਤੇ IPC ਇੰਡੀਅਨ ਪੀਨਲ ਕੋਡ, CRPC ਕ੍ਰਿਮੀਨਲ ਪ੍ਰੋਸੀਜਰ ਕੋਡ। ਕਲੀਅਰ ਆ। ਤਾਂ ਇਹ ਤੋਂ ਬਾਅਦ 7ਵਾਂ ਸ਼ਡਿਊਲ ਤੁਹਾਡਾ ਹੋ ਗਿਆ। ਹੁਣ ਦੇਖੋ 8ਵਾਂ ਸ਼ਡਿਊਲ। ਤਾਂ ਇਹਦੇ 'ਚ ਕੀ ਆ, ਸਾਡੀਆਂ ਲੈਂਗੁਏਜਸ। ਇਹਦੇ 'ਚ ਕੀ ਨੇ, ਲੈਂਗੁਏਜਸ ਨੇ। ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਵੀ ਭਾਰਤ ਦੀ ਕੋਈ ਵੀ ਹੈ ਜਿਹੜੀ ਉਹ ਨੈਸ਼ਨਲ ਲੈਂਗੁਏਜ ਨਹੀਂ ਹੈਗੀ। ਜਿਵੇਂ ਆਪਣੇ ਰਾਸ਼ਟਰੀ ਭਾਸ਼ਾ ਹਿੰਦੀ ਕਹਿੰਦੇ, ਤਾਂ ਹਿੰਦੀ ਆਪਣੀ ਰਾਸ਼ਟਰੀ ਭਾਸ਼ਾ ਨਹੀਂ ਹੈਗੀ, ਓਫੀਸ਼ੀਅਲ ਭਾਸ਼ਾ ਹੈਗੀ ਹਿੰਦੀ, ਠੀਕ ਆ। ਕੀ ਆਪਣੀ ਓਫੀਸ਼ੀਅਲ ਭਾਸ਼ਾ, ਨਾ ਕਿ ਆਪਣੀ ਰਾਸ਼ਟਰੀ ਭਾਸ਼ਾ। ਅਤੇ ਰਾਸ਼ਟਰੀ ਭਾਸ਼ਾ ਜਾਂ ਕਹਿ ਲਓ, ਹਾਂ ਰਾਸ਼ਟਰੀ ਭਾਸ਼ਾ ਆਪਣੀ ਕੋਈ ਨਹੀਂ ਆ, ਠੀਕ ਆ। ਅਤੇ ਜਦੋਂ ਸੰਵਿਧਾਨ ਆਪਣੇ ਬਣਿਆ ਸੀ ਸੰਵਿਧਾਨ, ਉਦੋਂ ਕਿੰਨੀਆਂ ਸੀਗੀਆਂ, 14 ਸੀਗੀਆਂ। ਪਰ ਅੱਜ ਦੇ ਸਮੇਂ ਕਿੰਨੀਆਂ ਨੇ, 22 ਨੇ, ਜਿਨ੍ਹਾਂ ਨੂੰ ਰਿਕਗਨਾਈਜ਼ ਨੇ ਉਹਦੇ 'ਚ, ਠੀਕ ਆ। ਅਤੇ ਮਤਲਬ ਇਹ ਤੋਂ ਬਾਅਦ 'ਚ 21ਵੀਂ CAA ਹੋਈ 1967 ਦੇ ਵਿੱਚ। ਉਦੋਂ ਕਿਹੜੀ ਐਡ ਕੀਤੀ, ਸਿੰਧੀ। ਉਦੋਂ ਕਿਹੜੀ ਐਡ ਕੀਤੀ ਸੀਗੀ, ਸਿੰਧੀ ਕਰੀ ਸੀ। ਔਰ 71ਵੀਂ CAA ਨਾਲ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਜਾਣੀ ਕਿ, ਅਤੇ ਇਹ 1900 ਕਿੰਨੇ 'ਚ ਹੋਈ ਸੀ, 92, ਠੀਕ ਆ। ਇਹਨੂੰ ਯਾਦ ਕਰਨ ਦੇ ਲਈ ਤੁਸੀਂ, ਵੈਸੇ ਤਾਂ ਬਹੁਤ ਟ੍ਰਿਕਾਂ ਬਣ ਜਾਂਦੀਆਂ ਨੇ, ਪਰ ਤੁਸੀਂ ਇਹਨੂੰ ਯਾਦ ਰੱਖਣਾ, ਨਮਕ ਕਰ ਲਓ, ਠੀਕ ਆ। ਤਾਂ ਨਮਕ ਤਾਂ ਜਾਣੀ ਕਿ ਨੇਪਾਲੀ, ਠੀਕ ਆ, ਮਣੀਪੁਰੀ ਔਰ ਕੋਂਕਣੀ, ਠੀਕ ਆ। ਤਾਂ ਇਹ ਐਡ ਕੀਤੀਆਂ ਗਈਆਂ। ਅਤੇ ਫਿਰ ਇਸ ਤੋਂ ਬਾਅਦ 'ਚ ਕੀਤੀ ਗਈ 92ਵੇਂ ਨੰਬਰ ਦੀ ਅਮੈਂਡਮੈਂਟ, ਠੀਕ ਆ। ਇਹ ਕੀਤੀ ਗਈ ਸੀ 2003 ਦੇ ਵਿੱਚ। ਇਹਦਾ ਤੁਸੀਂ ਜਿਹੜਾ ਮੈਥ ਦੇ ਵਿੱਚ ਫਾਰਮੂਲਾ ਪੜ੍ਹਦੇ ਹੋ, ਬੋਰਡ ਮਾਸ, ਇਹ ਲਾ ਕੇ ਕਰ ਸਕਦੇ ਹੋ, ਠੀਕ ਆ। BO ਤੇ ਬੋਡੋ ਭਾਸ਼ਾ, ਅਤੇ ਫਿਰ D ਤੇ ਡੋਗਰੀ ਔਰ MA ਤੇ ਮੈਥਲੀ, ਠੀਕ ਆ। ਇਸ ਤੋਂ ਬਾਅਦ 'ਚ ਆਪਣੇ ਕੋਲ ਬਚੀ SA ਤੇ ਸੰਥਾਲੀ। ਤਾਂ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਹੁਣ, ਜਿਵੇਂ ਇੰਗਲਿਸ਼ ਆ, ਭੋਜਪੁਰੀ ਆ, ਰਾਜਸਥਾਨੀ ਆ, ਇਹ ਤਾਂ ਆਪਣੇ ਸੰਵਿਧਾਨ 'ਚ ਐਡ ਹੈ ਨਹੀਂ ਗੀਆਂ। ਕਲੀਅਰ ਆ। ਤਾਂ ਲੈਂਗੁਏਜ ਜਦੋਂ ਸੰਵਿਧਾਨ ਬਣਿਆ ਉਦੋਂ ਕਿੰਨੀਆਂ ਸੀ, 14। ਹੁਣ ਕਿੰਨੀਆਂ ਨੇ, 22। ਅਤੇ ਜਿਹੜੀਆਂ ਬਾਅਦ ਦੇ ਵਿੱਚ ਜੋੜੀਆਂ, ਕਿਹੜੀ ਅਮੈਂਡਮੈਂਟ ਕਿਹਦੇ ਨਾਲ ਰਿਲੇਟਡ ਆ, 21ਵੀਂ, 71ਵੀਂ ਔਰ 92 ਨੰਬਰ ਦੀ ਅਮੈਂਡਮੈਂਟ ਕਾਹਦੇ ਨਾਲ ਰਿਲੇਟਡ ਨੇ, ਲੈਂਗੁਏਜ ਨਾਲ। ਔਰ ਕਿੰਨੇ 'ਚ ਹੁੰਦੀਆਂ ਨੇ, 67, 92 ਔਰ 2003। ਅਤੇ ਕਿਹੜੀ ਭਾਸ਼ਾ ਐਡ ਕੀਤੀ ਆ, ਸਿੰਧੀ ਬਾਅਦ 'ਚ ਐਡ ਕਰੀ ਅਸੀਂ, ਨੇਪਾਲੀ, ਮਣੀਪੁਰੀ, ਕੋਂਕਣੀ, ਬੋਡੋ, ਡੋਗਰੀ, ਮੈਥਲੀ ਔਰ ਸੰਥਾਲੀ। ਇਹ ਭਾਸ਼ਾ ਅਸੀਂ ਬਾਅਦ ਦੇ ਵਿੱਚ ਐਡ ਕੀਤੀਆਂ ਨੇ। ਅਤੇ ਕਿਹੜਾ ਸ਼ਡਿਊਲ ਭਾਸ਼ਾ ਦੇ ਨਾਲ ਸੰਬੰਧਿਤ ਆ, 8ਵਾਂ ਸ਼ਡਿਊਲ। ਕਲੀਅਰ ਆ। ਤਾਂ ਅੱਗੇ ਇਹ ਤੁਸੀਂ ਨਾਲ ਦੀ ਨਾਲ ਨੋਟ ਕਰੀ ਜਾਣੇ ਪੁਆਇੰਟ। ਤਾਂ ਅੱਗੇ ਦੇਖੋ ਆਪਣੇ ਕੋਲ ਆ 9ਵਾਂ ਸ਼ਡਿਊਲ, ਠੀਕ ਆ। ਹੁਣ ਦੇਖੋ ਇਹ 9ਵਾਂ ਸ਼ਡਿਊਲ ਆ, ਇਹ ਬਾਅਦ 'ਚ ਐਡ ਕਰਿਆ। ਤਾਂ ਤੁਸੀਂ ਇਹ ਦੇਖਣਾ ਵੀ ਕਿਹੜੇ ਨਾਲ ਕੀਤਾ ਸੀ ਇਹ, ਮਤਲਬ ਜਿਹੜੀ ਸੰਵਿਧਾਨ ਦੇ ਵਿੱਚ ਪਹਿਲੀ ਅਮੈਂਡਮੈਂਟ ਹੀ ਕੀਤੀ ਗਈ ਸੀ ਨਾ 1951 ਦੇ ਵਿੱਚ, ਸੰਵਿਧਾਨ ਬਣਨ ਦੇ ਸਾਰ ਬਾਅਦ ਹੀ ਕਰੀ ਸੀ, ਤਾਂ ਉਹਦੇ ਨਾਲ ਇਹ ਐਡ ਕੀਤਾ ਸੀਗਾ। ਇਹ ਮਤਲਬ ਕਿ ਬੇਸਿਕਲੀ ਕਾਹਦੇ ਨਾਲ ਜਾਣਿਆ ਜਾਂਦਾ, ਲੈਂਡ ਰਿਫੋਰਮਸ। ਕਾਹਦੇ ਨਾਲ ਜਾਣਿਆ ਜਾਂਦਾ, ਲੈਂਡ ਰਿਫੋਰਮਸ ਦੇ ਨਾਲ। ਕਲੀਅਰ ਆ। ਤਾਂ ਇਹਦੇ ਨਾਲ ਹੀ ਮਤਲਬ ਕਿ ਕੇਸ ਤਾਂ ਇਹਦੇ ਨਾਲ ਕਾਫੀ ਜੁੜੇ ਹੋਏ ਨੇ, ਪਰ ਬਸ ਆਪਾਂ ਇੰਨਾ ਹੀ ਦੇਖਣਾ ਇੱਥੇ। ਉਹ ਜਦੋਂ ਕਿਤੇ ਟੌਪਿਕ ਪ੍ਰੋਪਰ ਕਰਾਂਗੇ ਉਦੋਂ ਕਰਾਂਗੇ ਆਪਾਂ। ਤਾਂ ਇਹ ਕਿਹੜੀ ਅਮੈਂਡਮੈਂਟ ਨਾਲ ਜੋੜਿਆ ਸੀ, ਪਹਿਲੀ ਅਮੈਂਡਮੈਂਟ 1951 ਦੇ ਨਾਲ। ਕਲੀਅਰ ਆ। ਅਤੇ ਫਿਰ ਇਹਦੇ ਬਾਅਦ ਜਿਹੜਾ 10ਵਾਂ ਸ਼ਡਿਊਲ ਸੀਗਾ, ਜਿਹੜਾ 10ਵਾਂ ਸ਼ਡਿਊਲ ਆ, ਇਹ ਜੋੜਿਆ ਗਿਆ ਸੀ 52nd ਅਮੈਂਡਮੈਂਟ ਹੋਈ ਸੀਗੀ, ਠੀਕ ਆ, 1985 ਦੇ ਵਿੱਚ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਹ ਸ਼ਡਿਊਲ ਐਡ ਕੀਤਾ ਗਿਆ ਸੀਗਾ, ਠੀਕ ਆ। ਤਾਂ ਕਿਹੜੀ ਸਰਕਾਰ ਸੀ ਉਦੋਂ, ਰਾਜੀਵ ਗਾਂਧੀ ਗਵਰਨਮੈਂਟ। ਕਿਹੜੀ ਸਰਕਾਰ ਸੀ, ਰਾਜੀਵ ਗਾਂਧੀ ਸਰਕਾਰ। ਤਾਂ ਮਤਲਬ ਇਹਦੇ 'ਚ ਕੀ ਆ, ਐਂਟੀ ਡਿਫੈਕਸ਼ਨ ਲਾਅ ਆ। ਇਹਦੇ 'ਚ ਕੀ ਆ, ਐਂਟੀ ਡਿਫੈਕਸ਼ਨ ਲਾਅ। ਮਤਲਬ ਜਿਵੇਂ ਇੱਕ ਪਾਰਟੀ ਨੂੰ ਛੱਡ ਕੇ ਕੋਈ ਦੂਜੀ ਪਾਰਟੀ ਦੇ ਵਿੱਚ ਜਾ ਰਿਹਾ, ਤਾਂ ਮਤਲਬ ਦੇਖੋ ਜੇ ਪਾਰਟੀ ਦੇ ਵਿੱਚ ਮਤਲਬ 2/3 ਬੰਦੇ ਹਿੱਸਾ ਪਾਰਟੀ ਛੱਡ ਕੇ ਜਾ ਰਹੇ ਆ, ਤਾਂ ਐਂਟੀ ਡਿਫੈਕਸ਼ਨ ਲਾਅ ਜਿਹੜਾ ਉਹ ਨਹੀਂ ਲੱਗਦਾ। ਪਰ ਜੇ ਇਦੋਂ ਮਤਲਬ 1/3 ਬੰਦਾ ਕੋਈ ਜਾ ਰਿਹਾ, ਉਹਨਾਂ 'ਤੇ ਐਂਟੀ ਡਿਫੈਕਸ਼ਨ ਲਾਅ ਜਿਹੜਾ ਉਹ ਲੱਗ ਜਾਂਦਾ, ਜੋ ਪਾਰਟੀ ਛੱਡ ਕੇ ਜਾ ਰਿਹਾ। ਜੇ ਹੁਣ 2/3 ਇਹਦੇ ਨਾਲ ਕਿਉਂ ਨਹੀਂ ਲੱਗਦਾ, ਕਿਉਂਕਿ ਅੱਧ ਤੋਂ ਉੱਪਰ ਬੰਦੇ ਜਾ ਰਹੇ ਆ,
ठीक है। तो फिर इस बाद अपने को किहड़ा शेड्यूल आउंदा, फिर आ 11वां शेड्यूल, मतलब ये 73वीं अमेंडमेंट की सी असीं 1992। ये काहदे लई आ, पंचायतां लई, ग्राम पंचायतां लई, ठीक आ। तो फिर इस बाद अपने को 12वां शेड्यूल आ, ये भी 1992, पर यह 74वीं अमेंडमेंट की सी, ये 74th अमेंडमेंट आ। तो ये किहदे लई है, शहर ਦੀਆਂ ਜਿਹੜੀਆਂ म्यूनसिपल कमेटियां ਹੁੰਦੀਆਂ ने, ठीक है, म्यूनसिपल कमेटियां ने उन्होंने लिए होंगे। तो इन्हों के जोड़े म्यूनसिपल कमेटियां के सबजैक्ट ने वो ने 18, तो जोड़े इन्हों के सबजैक्ट ने वो है 29। क्लीयर आ। तो ये अपने पार्ट 9वां, ये पार्ट ऐड किया पार्ट 9वां, तो ये किया 9A, ठीक है, 9A। क्लीयर आ। तो फिर देखो ये अपने को आर्टिकल ये जोड़े अपने मतलब कि शहरों दी म्यूनसिपैलिटी के नाल आर्टिकल ने वो 243 तो लैके 243 ZG तक ने, ठीक आ। टोटल आर्टिकल कितने ने, 18 आर्टिकल ने इन्हों के। और ਜਿਹੜੇ ਇਹਦੇ ਨਾਲ ਆਪਣੇ ਪਿੰਡ ਦੀ ਪੰਚਾਇਤ ਦੇ ਨਾਲ ਆਰਟੀਕਲ ਨੇ ਉਹ 243 ਆਰਟੀਕਲ 'ਚ ਹੀ ਆ ਪੰਚਾਇਤ, ਤਾਂ 243 ਤੋਂ ਸ਼ੁਰੂ ਹੁੰਦੇ ਨੇ, 243 O ਤੱਕ ਜਾਂਦੇ ਨੇ, A B C D ਐਵੇਂ। ਤਾਂ ਇਹ ਟੋਟਲ ਕਿੰਨੇ ਆਰਟੀਕਲ ਨੇ, ਇਹਦੇ ਨਾਲ ਰਿਲੇਟਡ ਕਿੰਨੇ ਆਰਟੀਕਲ ਨੇ, ਆਪਣੇ 16 ਆਰਟੀਕਲ ਨੇ। ਕਲੀਅਰ ਨੇ। ਜਿਵੇਂ ਕਿ ਇਹਦੇ 'ਚ ਕਿਹੜੀ ਡਿਸਟ੍ਰਿਕਟ, ਬਲਾਕ, ਗ੍ਰਾਮ ਪੰਚਾਇਤ ਇਵੇਂ ਆਪਣੇ ਨੇ। ਤਾਂ ਇਹ ਆਪਣੇ ਸੀਗੇ ਸ਼ਡਿਊਲ। ਤਾਂ ਤੁਹਾਨੂੰ 12 ਦੇ 12 ਸ਼ਡਿਊਲ ਨੇ ਤੁਹਾਨੂੰ ਦੱਸਤੇ, ਤਾਂ ਤੁਸੀਂ ਇਹਨਾਂ ਨੂੰ ਇੱਕ ਦੋ ਵਾਰ ਰਿਵੀਜ਼ਨ ਕਰ ਲਿਓ, ਤਾਂ ਤੁਹਾਡੇ ਜਿਹੜੇ ਇਹ ਕਵਰ ਹੋ ਜਾਣਗੇ, ਠੀਕ ਆ। ਅੱਗੇ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਸਬਜੈਕਟ ਆਫ ਦਾ ਕੌਨਕਰੈਂਟ ਲਿਸਟ। ਤਾਂ ਇਹਨਾਂ ਦੇ ਵਿੱਚੋਂ ਜਿਹੜੀ ਪੁਲਿਸ ਆ ਇਹ ਨਹੀਂ ਹੋ ਸਕਦਾ ਕਿਉਂਕਿ ਤਾਂ ਸਟੇਟ ਦਾ ਫੋਰਨ ਅਫੇਅਰ, ਤਾਂ ਇਹਦੇ 'ਚ ਆਊਗਾ ਆਪਣੇ ਕੋਲੇ ਕੌਨਕਰੈਂਟ ਕ੍ਰਿਮੀਨਲ ਮੈਟਰਸ, ਠੀਕ ਆ। ਤੇ ਪਹਿਲਾਂ ਤੁਹਾਨੂੰ ਹੁਣ ਕੌਨਕਰੈਂਟ ਲਿਸਟਾਂ ਕਿਹੜੇ ਸ਼ਡਿਊਲ ਦੇ ਵਿੱਚ ਨੇ, ਇਹ ਆਪਣੇ 7th ਸ਼ਡਿਊਲ ਦੇ ਵਿੱਚ ਨੇ, ਠੀਕ ਆ। ਤਾਂ ਕਿੰਨੇ ਸ਼ਡਿਊਲ ਨੇ ਟੋਟਲ, 12 ਸ਼ਡਿਊਲ ਨੇ। ਜਦੋਂ ਸੰਵਿਧਾਨ ਬਣਿਆ ਸੀ ਉਦੋਂ 8 ਸ਼ਡਿਊਲ ਸੀ, ਹੁਣ 12 ਨੇ। ਤੇ ਜਿਹੜਾ 7ਵਾਂ ਸ਼ਡਿਊਲ ਆ ਇਹਦੇ 'ਚ ਕਿੰਨੀਆਂ ਲਿਸਟਾਂ ਨੇ, 3 ਲਿਸਟਾਂ ਨੇ। ਇੱਕ ਕਿਹੜੀ ਆ, ਯੂਨੀਅਨ, ਦੂਸਰੀ स्टेट, और तीसरी लिस्ट किहड़ी आ, कॉनकरेंट लिस्ट। ये क्वेश्चन किहदा है, कॉनकरेंट लिस्ट का। कॉनकरेंट लिस्ट के किहड़े कानून बनाउंदे आ, यूनीअन भी बनाउंदी आ, स्टेट भी बनाउंदी आ। पर जे कोई झगड़ा हुंदा दैन किहदी गल मन्नी जांदी है, इत्थे यूनीअन गवर्नमेंट की। क्लीयर आ। अगे देखो, द टर्म सोशलिस्ट वाज एडड इन द प्रैम्बल बाय द, ठीक है। तो हुण देखो अपने प्रैम्बल दे विच एक जिहड़ी आह 42 नंबर इहदा आंसर तो हैगा 42nd अमेंडमेंट, ठीक है। ये बहुत ही ज़्यादा इंपॉर्टेंट अमेंडमेंट है, ये बारे हर एग्जाम के क्वेश्चन बनने की 90% पॉसिबिलिटी होंदी है, ठीक है। क्यों, क्योंकि एक तो अमेंडमेंट इन्नी ज़्यादा वड्डी सी, इहदा नाम ही रखता मिनी कॉन्स्टिट्यूशन। ये क्वेश्चन बहुत बार पूछा जाता भी मिनी कॉन्स्टिट्यूशन किहनूं कहा जाता, तो मतलब जी 42वीं अमेंडमेंट हुई सी इदों इंदिरा गांधी ने की सी ये, तो वो मतलब कि कांग्रेस पार्टी सी, तो इन्होंने 1976 के की, मतलब बहुत ज़्यादा जोड़े आर्टिकल से बदलाव किया गया, मतलब कि मोर दैन 150 आर्टिकल्स। तो इन्ने आर्टिकल्स के इन्होंने सोधां कीतियां, तो यदा नाम ही पै गया मिनी कॉन्स्टिट्यूशन। क्लीयर आ। तो हुण देखो क्वेश्चन अपना की कहता भी जिहड़ी इन्होंने टर्म ऐड की आ, द टर्म सोशलिस्ट वाज एडड इन द प्रैम्बल। तो पहला बस तुसीं एक आ शब्द याद रखो, SDR की आ, SDR। पहला SDR सी, फिर इस बाद दे विच जदों अमेंडमेंट होगी उदों यह बन गया SSSR। बस ये तुसीं याद कर लिया, क्योंकि एक क्वेश्चन UPSC ते PPSC दे विच तां ये एवें मतलब पूछा जा चुक्या भी मतलब इनू एवें सीरीज़ वाइज लाओ। क्लीयर आ। जां मतलब कि दसो भी किवें किवें पहला शब्द किहड़े सी, हुण शब्द किहड़े ने। तो हुण देखो जिहड़ा पहला अपने कोले सी SDR, SDR S दे की सीगा अपने कोले सोबरियन, और D ते डेमोक्रेटिक, R ते रिपब्लिक, ठीक है। तो जदों फिर इस बाद अमेंडमेंट होगी तो आ जिहड़ा S ते पहला गा, S ते दा सोबरियन उमी रह गया, ठीक है। फिर जिहड़ी दूसरी S आ, मैं इत्थे लिख देना दूसरी S ते की है साडे कोले सोशलिस्ट, तो फिर जिहड़ी तीसरी S आ इहदे ते साडे कोल की आ सैकुलर, तो इस बाद DR ते दा सेम ही चलदा काम। क्लीयर आ। जिहड़ी 42वीं अमेंडमेंट हुई सी, पहला अपने संविधान दे विच की सी, सोबरियन सी, डेमोक्रेटिक सी, रिपब्लिक सी। फिर इस बाद इन्होंने 2 S ऐड हो गई, सोशलिस्ट और सैकुलर। तो पहला सोशलिस्ट आ, फिर सैकुलर आ। क्लीयर आ। होर इहदे च की चेंज किया, तो जिहड़ी पहला सीगी अपने कोले टर्म सीगी वो यूनिटी ऑफ द नेशन सी। पहला टर्म की सीगा यूनिटी ऑफ द नेशन, इनू चेंज करके की करता यूनिटी एंड इंटीग्रिटी ऑफ द नेशन, ठीक है। मतलब आ चेंज किया गया। क्लीयर है तुहानूं।
ਤੇ ਦੇਖੋ 42 ਅਮੈਂਡਮੈਂਟ ਸੀਗੀ ਇਹਦੇ ਨਾਲ, ਮਤਲਬ ਕਿ ਤਾਂ ਕਰਕੇ ਇੰਨਾ ਕੀਤਾ। ਤੇ ਹੁਣ ਇਹਦੇ ਨਾਲ ਚੇਂਜਸ ਤਾਂ ਹੋਰ ਵੀ ਕਾਫੀ ਚੀਜ਼ਾਂ ਦੇ ਵਿੱਚ ਕੀਤੇ ਗਏ ਸੀਗੇ। ਤੇ ਜਿਵੇਂ ਇਹਨਾਂ ਨੇ ਬਦਲਾਅ ਕੀਤਾ ਪ੍ਰੈਂਬਲ ਦੇ ਵਿੱਚ ਤੇ ਸ਼ਬਦ ਹੀ ਜੋੜ ਗਏ ਨਵੇਂ, ਠੀਕ ਆ, ਸੋਸ਼ਲਿਸਟ ਤੇ ਸੈਕੂਲਰ, ਕਲੀਅਰ। ਬਾਕੀ ਇੱਧਰ ਇਹਨਾਂ ਨੇ ਇੰਟੀਗ੍ਰਿਟੀ ਸ਼ਬਦ ਸੀਗਾ ਜਿਹੜਾ ਇਹ ਲਾਤਾ। ਤੇ ਫਿਰ ਦੇਖੋ ਜਿਹੜਾ 7ਵਾਂ ਸ਼ਡਿਊਲ ਸੀਗਾ, 7ਵਾਂ ਸ਼ਡਿਊਲ ਕਾਹਦੇ ਬਾਰੇ ਸੀਗਾ, ਆਪਾਂ ਪਹਿਲਾਂ ਗੱਲ ਕੀਤੀ ਆ ਵੀ ਉਹ ਲਿਸਟਾਂ ਬਾਰੇ ਸੀ। ਤਾਂ ਉਹਦੇ 'ਚ ਇਹਨਾਂ ਨੇ ਕੀ ਕੀਤਾ, 5 ਵਿਸ਼ੇ ਸੀਗੇ ਜਿਹੜੇ ਉਹ ਸਟੇਟ ਲਿਸਟ ਤੋਂ ਕੱਢ ਕੇ ਯੂਨੀਅਨ ਲਿਸਟ 'ਚ ਪਾਤੇ, ਕਲੀਅਰ ਆ। ਇੱਕ ਤਾਂ ਉਹਦੇ 'ਚ ਵੀ ਇਹਦੇ 'ਚ ਚੇਂਜ ਹੋ ਗਿਆ। ਬਾਕੀ ਹੋਰ ਇਹਦੇ 'ਚ ਕੀ ਕੋਸ਼ਿਸ਼ ਕੀਤੀ ਗਈ ਵੀ ਜਿਹੜੇ ਸੁਪਰੀਮ ਕੋਰਟ ਆ, ਹਾਈ ਕੋਰਟ ਆ, ਉਹਦੀਆਂ ਪਾਵਰਾਂ ਨੇ ਜਿਹੜੀਆਂ ਉਹ ਘੱਟ ਕੀਤੀਆਂ ਜਾਣ, ਤਾਂ ਉਹਨਾਂ ਨੇ ਰਿਡਿਊਸ ਕਰਨ ਦਾ ਯਤਨ ਕੀਤਾ। ਔਰ ਜਿਹੜੀਆਂ ਫੰਡਾਮੈਂਟਲ ਡਿਊਟੀ ਸੀ ਉਹ ਲਿਆਂਦੀਆਂ ਗਈਆਂ। ਤਾਂ ਇੰਪੋਰਟੈਂਟ ਪੁਆਇੰਟ ਕੀ ਆ, ਮਤਲਬ ਇਹਦੇ ਨਾਲ ਆਪਣੇ ਕੋਲ ਕੀ ਆ ਗਿਆ, ਦੇਖੋ 42ਵੀਂ CAA ਕਿੰਨੇ 'ਚ ਹੋਈ ਆ, 1976 ਦੇ ਵਿੱਚ। ਤਾਂ ਇਹਦੇ ਨਾਲ ਕੀ ਐਡ ਕੀਤੀਆਂ ਗਈਆਂ, ਫੰਡਾਮੈਂਟਲ ਡਿਊਟੀਜ਼, ਠੀਕ ਆ। ਤਾਂ ਫੰਡਾਮੈਂਟਲ ਡਿਊਟੀਜ਼ ਇਹਦੇ ਨਾਲ ਐਡ ਕੀਤੀਆਂ ਗਈਆਂ। ਹੋਰ ਇਹਦੇ ਨਾਲ ਕੀ ਕੀਤਾ, ਮਤਲਬ ਫੰਡਾਮੈਂਟਲ ਡਿਊਟੀ ਆਪਣੇ ਕਿਹਦੇ ਆਰਟੀਕਲ 'ਚ ਨੇ, 51 ਔਰ A। ਤਾਂ ਪਾਰਟ ਕਿਹੜਾ ਗਾ, ਚੌਥਾ A। ਆਪਾਂ 3 ਪਾਰਟ ਸੀਗੇ, ਪਹਿਲਾ ਯੂਨੀਅਨ ਐਂਡ ਟੈਰੀਟਰੀ ਦਾ, ਦੂਸਰਾ ਸਿਟੀਜ਼ਨਸ਼ਿਪ, ਤੀਸਰਾ ਫੰਡਾਮੈਂਟਲ ਰਾਈਟ, ਚੌਥਾ DPSP। ਔਰ ਜਿਹੜਾ ਚੌਥਾ A ਆ ਇਹ ਐਡ ਕੀਤਾ ਗਿਆ ਸੀ ਬਾਅਦ ਦੇ ਵਿੱਚ, ਠੀਕ ਆ। ਤਾਂ ਮਤਲਬ ਇਹਦੇ ਨਾਲ ਹੀ ਐਡ ਕੀਤਾ ਗਿਆ ਸੀ ਇਹ 4A ਪਾਰਟ ਬਣ ਗਿਆ। ਔਰ 51 ਤੱਕ ਆਰਟੀਕਲ ਹੈਗੇ ਸੀ DPSP ਦੇ, ਤਾਂ ਇਹਦੇ 51A ਦੇ ਵਿੱਚ ਰੱਖਤਾ ਇਹਨੂੰ, ਠੀਕ ਆ। ਤਾਂ ਇਹ ਕਿਹੜੀ ਕਮੇਟੀ ਬਣੀ ਸੀ, ਸਵਰਨ ਸਿੰਘ ਕਮੇਟੀ। ਤਾਂ ਕਿਹਦੀਆਂ ਸਿਫਾਰਸ਼ਾਂ 'ਤੇ ਬਣੀ ਸੀ ਇਹ, ਸਵਰਨ ਸਿੰਘ ਕਮੇਟੀ ਦੀਆਂ 'ਤੇ, ਕਲੀਅਰ ਆ। ਤਾਂ DPSP ਦੇ ਵਿੱਚ ਵੀ ਇਹਨਾਂ ਨੇ ਕਾਫੀ ਕੁਛ ਨਵਾਂ ਐਡ ਕੀਤਾ ਸੀਗਾ। ਤੇ 3 ਚੀਜ਼ਾਂ DPSP ਦੇ ਵਿੱਚ ਐਡ ਕੀਤੀਆਂ ਸੀ। DPSP ਦਾ ਸਾਡੇ ਕੋਲੇ ਸੋਰਸ ਕੀ ਆ, ਆਇਰਲੈਂਡ। ਤੇ DPSP 'ਚ ਆਰਟੀਕਲ ਕਿੰਨੇ ਨੇ, 37 ਤੋਂ ਲੈ ਕੇ 51 ਤੱਕ ਆ। ਔਰ ਇਹਦਾ ਪਾਰਟ ਕਿਹੜਾ ਗਾ, ਕੱਲਾ ਸਿੰਪਲ ਫੋਰਥ। ਤੇ ਇਹਦਾ ਕੀ ਸੀ, 4A, 51A ਆਰਟੀਕਲ ਸੀਗਾ, ਕਲੀਅਰ। ਤਾਂ ਇਹਦੇ ਨਾਲ ਮਿਲਦੀ ਜੁਲਦੀ ਇਹ ਤੋਂ ਬਾਅਦ ਦੇ ਵਿੱਚ ਦੇਖੋ 44ਵੀਂ ਅਮੈਂਡਮੈਂਟ ਹੁੰਦੀ ਆ 1978 ਦੇ ਵਿੱਚ। ਇਹਦੇ ਨਾਲ ਹੀ ਮਿਲਦੀ ਜੁਲਦੀ ਕਿਹੜੀ ਸੀ, ਮਤਲਬ 44ਵੀਂ ਅਮੈਂਡਮੈਂਟ ਹੋਈ ਸੀ 1978 ਦੇ ਵਿੱਚ, ਠੀਕ ਆ। ਤਾਂ ਇਹਦੇ 'ਚ ਜਿਹੜਾ ਰਾਈਟ ਟੂ ਪ੍ਰੋਪਰਟੀ ਸੀਗਾ ਉਹ ਬਾਹਰ ਕਰਤਾ। ਜਿਹੜਾ ਰਾਈਟ ਟੂ ਪ੍ਰੋਪਰਟੀ ਸੀਗਾ, ਰਾਈਟ ਟੂ ਪ੍ਰੋਪਰਟੀ ਉਹਨੂੰ ਮਤਲਬ ਕਿ ਬਾਹਰ ਕਰਕੇ ਕੀ ਬਣਾਤਾ, ਇੱਕ ਲੀਗਲ ਰਾਈਟ ਬਣਾਤਾ। ਤਾਂ ਇਹ ਵੀ ਕੁਐਸਚਨ ਅੱਗੇ ਵੀ ਮਤਲਬ ਕਿ ਜਿਹੜਾ ਇਹਦੇ 'ਚੋਂ ਰਾਈਟ ਟੂ ਪ੍ਰੋਪਰਟੀ ਆ ਉਹ ਲੀਗਲ ਰਾਈਟ ਆ ਜਾਂ ਕਿਹੜਾ ਰਾਈਟ ਆ, ਫੰਡਾਮੈਂਟਲ ਰਾਈਟ ਆ। ਤਾਂ ਮਤਲਬ ਇਹ ਬਾਹਰ ਕਰਤਾ ਸੀਗਾ। ਤੇ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਆਪਣੇ ਕੋਲੇ, ਠੀਕ ਆ, ਤਾਂ ਉਹਨਾਂ ਦਾ ਜਿਹੜਾ ਸੋਰਸ ਆ ਉਹ ਕੀ ਆ, USSR ਆ। ਮਤਲਬ ਫੰਡਾਮੈਂਟਲ ਡਿਊਟੀਜ਼ ਨੇ ਇਹਨਾਂ ਦਾ ਸੋਰਸ ਕੀ ਆ, USSR। ਉਦੋਂ ਮਤਲਬ ਕਿ ਰਸ਼ੀਆ ਇਕੱਠਾ ਸੀਗਾ, ਟੁੱਟਿਆ ਨਹੀਂ ਸੀ, ਸੋਵੀਅਤ ਸੰਘ ਹੀ ਸੀਗਾ। ਤੇ ਇਹਨਾਂ ਦਾ ਜਿਹੜਾ ਸੋਰਸ ਆ ਉਹ ਕੀ ਆ, USSR ਆ। ਬਾਕੀ ਇਹਨਾਂ ਦੀ ਕਮੀ ਕੀ ਆ, ਇਹ ਮਤਲਬ ਕਿ ਨੋਨ ਜਸਟਿਸੇਬਲ ਨਹੀਂ ਹੈਗੀਆਂ, ਨਾ ਇਹ ਬਾਉਂਡਡ ਆ ਕਿਸੇ 'ਤੇ। ਤੇ ਕਿਉਂ ਨਹੀਂ ਹੈਗੀਆਂ, ਕਿਉਂਕਿ ਸਵਰਨ ਸਿੰਘ ਨੇ ਤਾਂ ਰਿਕਮੈਂਡ ਕੀਤਾ ਸੀ ਵੀ ਜਿਹੜਾ ਨਹੀਂ ਮੰਨਦਾ ਤੇ ਉਹਨੂੰ ਤੁਸੀਂ ਪਨਿਸ਼ ਕਰੋ, ਸਜ਼ਾ ਦਿਓ। ਪਰ ਇਹ ਮਤਲਬ ਕਿ ਇਹਦੇ 'ਤੇ ਸਜ਼ਾ ਕੋਈ ਨਹੀਂ ਹੈਗੀ, ਠੀਕ ਆ। ਜਦੋਂ ਐਡ ਕੀਤੀਆਂ ਗਈਆਂ, ਕਮੇਟੀ ਨੇ ਤਾਂ ਰਿਕਮੈਂਡ ਕਰੀਆਂ ਸੀ 8, ਪਰ ਇਹਨਾਂ ਨੇ ਐਡ ਕਿੰਨੀਆਂ ਕੀਤੀਆਂ, 10 ਕੀਤੀਆਂ। ਹੁਣ ਜੇ ਆਪਾਂ ਦੇਖੀਏ ਵੀ ਜਾਪਾਨ 'ਚ ਤਾਂ ਹੈਗੀਆਂ ਨੇ, ਪਰ ਹੋਰ ਜਿਵੇਂ USA, ਕਨਾਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਜਰਮਨੀ, ਇਹਨਾਂ ਦੇਸ਼ਾਂ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਬਾਕੀ ਇੱਕ ਹੋਰ ਹੁੰਦਾ ਵੀ ਬਰਮਨ ਕਮੇਟੀ ਆ, ਜਿਹੜੀ ਬਰਮਾ ਕਮੇਟੀ ਆ ਉਹ 1999 ਦੇ ਵਿੱਚ ਬਣਾਈ ਗਈ। ਉਹ ਕਿਹਦੇ ਨਾਲ ਸੰਬੰਧਿਤ ਆ, ਉਹ ਵੀ ਆਪਣੀਆਂ ਫੰਡਾਮੈਂਟਲ ਡਿਊਟੀਜ਼ ਦੇ ਨਾਲ ਰਿਲੇਟਡ ਆ, ਠੀਕ ਆ। ਤੇ ਇਹਦੇ ਬਾਅਦ ਅਮੈਂਡ ਕਦੋਂ ਕੀਤਾ ਗਿਆ, ਇਹ ਸਵਰਨ ਸਿੰਘ ਕਮੇਟੀ ਸੀ, ਇਹਦੇ 'ਚ ਕਿੰਨੇ ਮੈਂਬਰ ਨੇ, 12 ਮੈਂਬਰ ਸੀਗੇ। ਤੇ ਪਹਿਲਾਂ ਇਹ ਕਿੰਨੀਆਂ ਸੀਗੀਆਂ, 10 ਸੀਗੀਆਂ। ਫਿਰ ਇਹਦੇ 'ਚ ਇੱਕ ਅਮੈਂਡਮੈਂਟ ਕੀਤੀ ਗਈ 86 ਨੰਬਰ ਦੀ, ਠੀਕ ਆ। ਤੇ ਇਹ ਕਿੰਨੇ 'ਚ ਹੋਈ ਸੀਗੀ, 2002 ਦੇ ਵਿੱਚ ਹੋਈ ਸੀ। ਤੇ ਉਦੋਂ ਇਹ ਤੋਂ ਬਾਅਦ ਇੱਕ ਇਹਨਾਂ ਨੇ ਲਾਸਟ 'ਤੇ ਐਡ ਕੀਤੀ ਸੀਗੀ ਇੱਕ। ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਮਾਤਾ ਪਿਤਾ ਦਾ ਜਿਹੜਾ ਇਹ ਹੱਕ ਹੈਗਾ, ਉਹਨਾਂ ਦੀ ਡਿਊਟੀ ਆ 6 ਤੋਂ 14 ਸਾਲ ਤੱਕ ਦੇ ਆਪਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪੜ੍ਹਾਉਣ, ਜ਼ਰੂਰ ਪੜ੍ਹਾਉਣ, ਠੀਕ ਆ। ਤੇ ਮਤਲਬ ਇਹ ਇਹਨਾਂ ਦੀ ਆਲੋਚਨਾ ਵੀ ਹੋ ਗਈ ਸੀ ਕਿਉਂਕਿ ਇਹ ਸਜ਼ਾ ਨਹੀਂ ਮਤਲਬ ਕਿ ਹੋ ਸਕਦੀ ਇਹਨਾਂ 'ਤੇ। ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲੀ ਕਿਹੜੀ ਸੀਗੀ, ਤਾਂ ਉਹ ਪਹਿਲੀ ਦੇ ਵਿੱਚ ਹੀ ਕਿਹਾ ਜਾਂਦਾ ਵੀ ਆਪਣੇ ਜਿਹੜੇ ਫਲੈਗ ਇਹਨਾਂ ਨੇ ਕੀ ਕਰਨੀ ਆ, ਕੇਅਰ ਕਰਨੀ ਆ। ਤੇ ਆਪਣੀਆਂ ਜਿਹੜੀਆਂ ਹੋਰ ਪਬਲਿਕ ਪ੍ਰੋਪਰਟੀ ਆ ਉਹਨੂੰ ਤੁਸੀਂ ਸੰਭਾਲ ਕੇ ਰੱਖਣਾ। ਤਾਂ ਐਵੇਂ ਆਪਣੇ ਦੇਸ਼ ਦੇ ਮਾਨ ਸਨਮਾਨ ਦੇ ਲਈ ਤੁਸੀਂ ਕੰਮ ਕਰਨਾ, ਜਾਂ ਮਤਲਬ ਇਹਨਾਂ ਦੇ ਅਗੇਂਸਟ ਨਹੀਂ ਕੁਛ ਬੋਲਣਾ। ਤਾਂ ਐਵੇਂ ਦੀਆਂ ਆਪਣੀਆਂ ਫੰਡਾਮੈਂਟਲ ਡਿਊਟੀ ਸੀਗੀਆਂ। ਤੇ ਇਹਦੇ 'ਚ ਕਮੇਟੀ ਯਾਦ ਰੱਖਣੀ ਆ, ਸਵਰਨ ਸਿੰਘ ਕਮੇਟੀ ਆ। ਔਰ ਇਹ ਕਿਹੜੇ ਪਾਰਟ ਦੇ ਵਿੱਚ ਨੇ, 4 ਪਾ ਕੇ ਬ੍ਰੈਕਟ 'ਚ A ਆ, ਮਤਲਬ ਕਿ 4A ਪਾਰਟ ਦੇ ਵਿੱਚ ਆ। ਆਰਟੀਕਲ 51A ਆ। ਔਰ ਕਦੋਂ ਐਡ ਕੀਤੀਆਂ ਗਈਆਂ, 42ਵੀਂ ਅਮੈਂਡਮੈਂਟ ਹੋਈ ਸੀ 1976 ਦੇ ਵਿੱਚ, ਕਲੀਅਰ ਆ। ਤਾਂ ਅੱਜ ਤੁਹਾਡੇ ਲਈ ਜਿਹੜੇ ਕੁਐਸਚਨ ਫਰੇਮ ਕੀਤੇ ਨੇ, ਠੀਕ ਆ, ਤਾਂ ਉਹ ਦੇਖੋ ਆਪਾਂ ਇੱਥੋਂ ਤੱਕ 8 ਕੁਐਸਚਨ ਕੀਤੇ ਨੇ। ਇਹ ਤੋਂ ਬਾਅਦ ਤੁਹਾਡੇ ਕੋਲ ਕੁਐਸਚਨ ਤਾਂ ਹੈਗੇ ਸੀਗੇ, ਅੱਗੇ ਹੋਰ ਵੀ ਨੇ, ਠੀਕ ਆ। ਤਾਂ ਐਵੇਂ ਆਪਾਂ ਉਹਨਾਂ ਨੂੰ ਵੀ ਕਰਨਾ। ਤਾਂ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਨੂੰ ਕਵਰ ਕਰ ਦਾਂਗੇ। ਤਾਂ ਤੁਸੀਂ ਇਹਨਾਂ ਨੂੰ ਨੋਟ ਕਰ ਲੈਣਾ। ਔਰ ਇਹਨਾਂ ਦੇ ਜਿਹੜੇ PDF ਆ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਦੇ ਚੈਨਲ 'ਤੇ ਮਿਲ ਜਾਏਗਾ। ਤਾਂ ਤੁਸੀਂ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ, ਤੁਸੀਂ ਉੱਥੋਂ ਇਹਦਾ PDF ਲੈ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ। ਦੈਨ ਵੀਡੀਓ ਨੂੰ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।